ਸਾਡੇ ਬਹੁਤ ਹੀ ਸਨਮਾਨਿਤ ਗੈਸਟ ਰਾਜਿੰਦਰ ਜੀ, ਤੁਹਾਡਾ ਸਵਾਗਤ ਹੈ ਰੀਅਲ ਇਨਫੋ ਦੇ ਸਟੂਡੀਓ ਵਿੱਚ। ਤੇ ਅੱਜ ਦਾ ਨਵਾਂ ਟੌਪਿਕ ਆਪਾਂ ਲੈ ਕੇ ਆਏ ਹਾਂ, ਸਟ੍ਰੈਸ ਮੈਨੇਜਮੈਂਟ। ਮੈਂ ਕਈ ਵਾਰ ਸੋਚ ਰਿਹਾ ਹੁੰਦਾ ਆ ਕਿ ਟੀਚਰਸ ਨੂੰ ਇਹਦੀ ਕੀ ਲੋੜ ਆ। ਰਾਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਅੰਮ੍ਰਿਤ ਜੀ। ਨੋ ਡਾਊਟ ਸਟ੍ਰੈਸ ਮੈਨੇਜਮੈਂਟ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਅੱਜ ਦੇ ਸਮੇਂ ਦਾ। ਅੱਜ ਦੇ ਸਮੇਂ ਸ਼ਾਇਦ ਹੀ ਕੋਈ ਐਸਾ ਪ੍ਰਾਣੀ ਵਿਸ਼ਵ 'ਚ ਹੈ ਜਿਹਨੂੰ ਸਟ੍ਰੈਸ ਮੈਨੇਜਮੈਂਟ ਦੀ ਲੋੜ ਨਹੀਂ। ਜੇ ਤੁਸੀਂ ਕਿਤੇ ਨੋਟ ਕੀਤਾ ਹੋਏ, ਜਾਨਵਰ ਤੋਂ ਲੈ ਕੇ ਜਿਹੜੇ ਪੈਟਸ ਅਸੀਂ ਪਾਲਦੇ ਹਾਂ ਉਹ ਵੀ ਸਟ੍ਰੈਸ 'ਤੇ ਚਲੇ ਜਾਂਦੇ ਨੇ। ਉਹਨਾਂ ਨੂੰ ਮੈਨੇਜ ਕਰਨ ਲਈ ਵੀ ਕਈ ਉਹਨਾਂ ਦੇ ਜਿਹੜੇ ਨੇ ਵੈਟ ਦੇ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਸਟ੍ਰੈਸ ਮੈਨੇਜਮੈਂਟ ਕਰਦੇ ਨੇ। ਠੀਕ ਹੈ। ਆਦਮੀ ਤਾਂ ਚਲੋ ਹੈ ਹੀ ਸੋਸ਼ਲ ਐਨੀਮਲ, ਤੇ ਉਹਦੇ ਵਾਸਤੇ ਸਟ੍ਰੈਸ ਮੈਨੇਜਮੈਂਟ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਜੀ। ਤੋ ਸਟ੍ਰੈਸ ਮੈਨੇਜਮੈਂਟ ਅੱਜ ਦੀ ਡੇਟ 'ਚ ਇਕੱਲੇ ਟੀਚਰ ਵਾਸਤੇ ਹੀ ਇੰਪੋਰਟੈਂਟ ਨਹੀਂ, ਬਲਕਿ ਅੱਜ ਜਦੋਂ ਕਿ ਐਗਜ਼ਾਮ ਦਾ ਟਾਈਮ ਚੱਲ ਰਿਹਾ ਹੈ, ਅੱਜ ਬੱਚਿਆਂ ਦੇ ਵਾਸਤੇ ਵੀ ਸਟ੍ਰੈਸ ਮੈਨੇਜਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ। ਕਈ ਵਾਰ ਹੁੰਦਾ ਨਾ ਅਸੀਂ ਫੀਲਿੰਗਸ ਵਿੱਚ ਬਹੁਤ ਲੋ ਹੋ ਜਾਂਦੇ ਆ, ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਬਹੁਤ ਪਰੇਸ਼ਾਨ ਹੈਗੇ ਆ ਤੇ ਆਪਾਂ ਉਹਨੂੰ ਮੈਨੇਜ ਨਹੀਂ ਕਰ ਪਾਉਂਦੇ ਹੈਗੇ। ਬਿਲਕੁਲ ਬਿਲਕੁਲ। ਸਟ੍ਰੈਸ ਹੁੰਦੀ ਕਦੋਂ? ਸਭ ਤੋਂ ਪਹਿਲੇ ਤੇ ਇਹ ਸੋਚਣ ਦਾ ਵਿਸ਼ਾ ਹੈ ਸਟ੍ਰੈਸ ਹੈ ਕੀ ਔਰ ਹੁੰਦੀ ਕਦੋਂ। ਔਰ ਇੱਕ ਚੀਜ਼ ਹੋਰ ਮੈਂ ਕਲੀਅਰ ਇੱਥੇ ਕਰਦਾ ਕਿ ਸਟ੍ਰੈਸ ਜ਼ਰੂਰੀ ਨਹੀਂ ਕਿ ਸਾਰੀ ਸਟ੍ਰੈਸ ਜਿਹੜੀ ਹੈ ਉਹ ਬਹੁਤ ਮਾੜੀ ਹੈ। ਕਈ ਵਾਰੀ ਸਟ੍ਰੈਸ ਸਾਨੂੰ ਅਜਿਹਾ ਮਾਹੌਲ ਵੀ ਕ੍ਰੀਏਟ ਕਰ ਦਿੰਦੀ ਹੈ ਕਿ ਅਸੀਂ ਜਿਹੜੇ ਟਾਰਗੇਟ ਅਚੀਵ ਨਹੀਂ ਕਰ ਸਕਦੇ ਉਹ ਸਟ੍ਰੈਸ 'ਚ ਅਚੀਵ ਕਰ ਲੈਂਦੇ। ਤੁਸੀਂ ਨੋਟ ਕੀਤਾ ਹੋਏਗਾ ਕਈ ਵਾਰ ਸਵੇਰੇ 5 ਵਜੇ ਟ੍ਰੇਨ ਫੜਨੀ ਹੋਵੇ ਤੇ ਸਾਰੀ ਰਾਤ ਸਟ੍ਰੈਸ ਦੇ ਵਿੱਚ ਸਾਨੂੰ ਨੀਂਦ ਨਹੀਂ ਆਉਂਦੀ ਔਰ ਅਲਾਰਮ ਵੀ ਵੱਜਦਾ ਸੀ ਪਹਿਲੇ ਜਾਗੀ ਅਲਾਰਮ ਤੋਂ ਪਹਿਲਾਂ ਜਾਗਣਾ। ਕਈ ਟੌਪਿਕ ਅਸੀਂ ਉਂਝ ਤਿਆਰ ਨਹੀਂ ਕਰ, ਲੇਕਿਨ ਪੇਪਰਾਂ ਦੇ ਦਿਨਾਂ 'ਚ ਪੜ੍ਹਦੇ ਹਾਂ ਸਟ੍ਰੈਸ ਦੇ ਵਿੱਚ ਅਸੀਂ ਬੜੇ ਅੱਛੇ ਤਰੀਕੇ ਤਿਆਰ ਕਰ ਲੈਂਦੇ ਹਾਂ। ਕਈ ਕੰਮ ਜਦੋਂ ਅਸੀਂ ਸਾਡੇ ਕੋਲ ਬਿਲਕੁਲ ਮੌਕੇ ਦੇ ਉੱਤੇ ਜਿਹੜੀ ਹੈ ਡੈਡਲਾਈਨ ਆ ਜਾਂਦੀ ਹੈ, ਉਹ ਸਟ੍ਰੈਸ ਦੇ ਵਿੱਚ ਅਸੀਂ ਡੈਡਲਾਈਨ ਤੋਂ ਪਹਿਲੇ ਖਤਮ ਕਰ ਲੈਂਦੇ ਹਾਂ। ਲੇਕਿਨ ਫਿਰ ਵੀ ਕਈ ਕੰਡੀਸ਼ਨ ਦੇ ਵਿੱਚ ਸਟ੍ਰੈਸ ਜਿਹੜੀ ਹੈ ਉਹ ਮਾੜੀ ਵੀ ਹੁੰਦੀ ਹੈ, ਸਾਡੇ ਲਈ ਨੁਕਸਾਨਦਾਇਕ ਵੀ ਹੈ। ਜਦੋਂ ਓਵਰ ਹੋ ਜਾਏਗੀ ਫਿਰ ਉਹ ਮਾੜੀ ਹੋ ਜਾਏਗੀ। ਬਿਲਕੁਲ। ਹੁਣ ਸਟ੍ਰੈਸ ਦੀ ਕੀ ਦੇਖੋ, ਇਹ 'ਚ ਕੁਝ ਰੀਜ਼ਨ ਰੱਖੇ ਨੇ ਸਾਡੇ ਕੋਲ ਕਿ ਫੀਲਿੰਗ ਆਫ ਇਨਐਡਿਕੁਏਸੀ, ਜਦੋਂ ਤੁਹਾਨੂੰ ਪਤਾ ਕਿ ਤੁਹਾਡੇ ਕੋਲ ਪੂਰੀ ਚੀਜ਼ ਨਹੀਂ ਹੈ ਜੋ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਅੱਛਾ। ਤੇ ਉਦੋਂ ਵੀ ਇੱਕ ਸਟ੍ਰੈਸ ਦਾ ਹੋਣ ਦਾ ਕਾਰਨ ਸਾਡੇ ਸਾਹਮਣੇ ਆ ਜਾਂਦਾ ਜੀ। ਪਰਫਾਰਮੈਂਸ ਦੀ ਕਈ ਵਾਰ ਸਾਨੂੰ ਵਰੀ ਅਬਾਊਟ ਪਰਫਾਰਮੈਂਸ। ਹੁਣ ਮੰਨ ਲਓ ਮੈਂ ਤਾਂ ਇੱਥੇ ਲੈਕਚਰ ਅਸੀਂ ਡਿਲੀਵਰ ਕਰ ਰਹੇ ਹਾਂ, ਸ਼ੇਅਰ ਕਰ ਰਹੇ ਹਾਂ YouTube ਦੇ ਉੱਤੇ, ਤੇ ਜੇ ਮੈਨੂੰ ਪਤਾ ਹੋਈ ਜੇ ਪਤਾ ਨਹੀਂ ਕੈਸਾ ਲੈਕਚਰ ਹੋਏਗਾ, ਮੈਂ ਸਹੀ ਲੈਕਚਰ ਕਰ ਸਕਾਂਗਾ ਕਿ ਨਹੀਂ, ਕੀ ਗੱਲ ਮੇਰੇ ਸਰੋਤਾਵਾਂ ਨੂੰ ਮੇਰੀ ਗੱਲ ਪਹੁੰਚ ਸਕੇਗੀ, ਇਹ ਵੀ ਇੱਕ ਸਟ੍ਰੈਸ ਦਾ ਕਾਰਨ ਹੋ ਜਾਂਦਾ। ਔਰ ਸਟ੍ਰੈਸ ਦੇ ਨਾਲ ਕਈ ਵਾਰੀ ਅਸੀਂ ਗਲਤੀਆਂ ਵੀ ਕਰ ਦਿੰਦੇ ਹਾਂ। ਜਦੋਂ ਸਟ੍ਰੈਸ ਦੇ ਨਾਲ ਕੋਈ ਕੰਮ ਕਰਦੇ ਹਾਂ ਤੇ ਉਹ ਕੰਮ ਦੇ ਵਿੱਚ ਕਈ ਨਾ ਕਈ ਕਮੀਆਂ ਸਾਡੇ ਕੋਲ ਰਹਿ ਜਾਂਦੀਆਂ। ਪ੍ਰੋਬਲਮ ਵਿਦ ਇਸ਼ੂ ਆਊਟਸਾਈਡ ਯੂਰ ਕੰਟਰੋਲ। ਕਈ ਐਸੀ ਪ੍ਰੋਬਲਮਸ ਹੁੰਦੀਆਂ ਜਿਹੜੀ ਤੁਹਾਡੇ ਕੰਟਰੋਲ 'ਚ ਨਹੀਂ ਹਨ, ਯਾਨੀ ਉਹ ਨੇਚਰ ਦੇ ਕੰਟਰੋਲ 'ਚ ਹਨ, ਹਾਲਾਤਾਂ ਦੇ ਕੰਟਰੋਲ 'ਚ ਹਨ। ਉਹ ਵੀ ਕਈ ਐਸੀ ਜਿਹੜੀ ਸਮੱਸਿਆਵਾਂ ਨੇ ਸਾਡੇ ਲਈ ਸਟ੍ਰੈਸ ਦਾ ਕਾਰਨ ਬਣਦੀਆਂ ਨੇ। ਔਰ ਵਰੀ ਅਬਾਊਟ ਦਾ ਅਦਰ ਪੀਪਲ ਰਿਐਕਸ਼ਨ। ਇਹ ਬਹੁਤ ਵੱਡੀ ਚੀਜ਼ ਹੈ ਜੀ। ਅੱਜ ਕੱਲ ਲੋਕ ਕਿਆ ਕहेंगे ਲੋਕ ਸਭ ਤੋਂ ਵੱਡੀ ਗੱਲ ਹੈ ਵੀ ਅੱਜ ਕੱਲ ਇੱਕ ਚੀਜ਼ ਹੋਰ ਦੇਖੀ ਜਾਏ ਤੇ ਕਹਿੰਦੇ ਲੋਕ ਇਸ ਕਰਕੇ ਦੁਖੀ ਨਹੀਂ ਹੈ ਕਿ ਉਹਨਾਂ ਨੂੰ ਦੁੱਖ ਹੈ, ਕਹਿੰਦੇ ਇਸ ਕਰਕੇ ਦੁਖੀ ਨਹੀਂ ਕਿ ਦੂਜੇ ਸੁਖੀ ਕਿਉਂ ਹੈ। ਕਿੰਨੀ ਬੁਰੀ ਇਹ ਵੀ ਸਟ੍ਰੈਸ ਦਾ ਕੰਮ ਹੋ ਜਾਂਦਾ। ਔਰ ਪੀਪਲ ਦਾ ਰਿਐਕਸ਼ਨ ਜਿਹੜਾ ਉਹਨੂੰ ਕਈ ਵਾਰ ਯਾਰ ਅਸੀਂ ਮੈਂ ਜੇ ਫੋਰ ਐਗਜ਼ਾਮਪਲ ਹੁਣ ਫਿਰ ਇੱਥੇ ਐਗਜ਼ਾਮਪਲ ਲੈ ਲਈਏ ਕਿ ਅਸੀਂ ਇਹ ਲੈਕਚਰ ਇੱਥੇ ਸ਼ੇਅਰ ਕਰ ਰਹੇ ਹਾਂ ਤੇ ਹੁਣ ਅਸੀਂ ਸੋਚਣਾ ਸ਼ੁਰੂ ਕਰਦੇ ਯਾਰ ਪਤਾ ਨਹੀਂ ਲੋਕੀ ਕੀ ਕਹਿਣਗੇ, ਕਿਹੋ ਜਿਹਾ ਲੈਕਚਰ ਡਿਲੀਵਰ ਕੀਤਾ, ਵੀ ਕੀ ਕਰ ਰਹੇ ਨੇ, ਸਟ੍ਰੈਸ ਮੈਨੇਜਮੈਂਟ ਤੇ ਕੀ ਬੋਲ ਰਹੇ ਨੇ, ਉਹ ਵੀ ਸਟ੍ਰੈਸ ਦਾ ਕਾਰਨ ਬਣ ਜਾਂਦਾ। ਔਰ ਕਈ ਵਾਰੀ ਇਸ ਦੇ ਨਾਲ ਓਵਰ ਥਿੰਕਿੰਗ ਬੰਦੇ ਕਰਨਾ ਸ਼ੁਰੂ ਕਰ ਦਿੰਦੇ ਨੇ। ਬਰਨਆਊਟ ਉੱਤੇ ਵੀ ਤੁਸੀਂ ਲੈਕਚਰ ਦਿੰਦੇ ਹੁੰਦੇ ਜੇ ਤੇ ਵਾਕਈ ਜਦੋਂ ਸਟ੍ਰੈਸ ਬਹੁਤ ਜ਼ਿਆਦਾ ਵੱਧ ਜਾਏਗੀ ਫਿਰ ਤਾਂ ਬਰਨਆਊਟ ਹੀ ਹੋ ਜਾਣਾ ਨਾ ਜੀ। ਉਤੋਂ ਬਚਣਾ ਹੈਗਾ ਆਪਾਂ ਪਹਿਲੇ ਸਟ੍ਰੈਸ ਨੂੰ ਹੀ ਪਛਾਣ ਲੈਣਾ ਤੇ ਉਹਨੂੰ ਪਹਿਲਾਂ ਹੀ ਮੈਨੇਜ ਕਰ ਲੈਣਾ। ਜਦੋਂ ਸਾਨੂੰ ਲੱਗੇ ਕਿ ਅਸੀਂ ਐਕਸੈਸਿਵਲੀ ਮੈਂਟਲ ਪੋਜੀਸ਼ਨ 'ਚ ਆ ਚੁੱਕੇ ਹਾਂ ਜਿਹਦੇ ਵਿੱਚ ਉਹ ਹੁਣ ਬਰਨਆਊਟ ਵੱਲ ਜਾ ਰਹੀ ਹੈਗੀ ਆ, ਤੇ ਫਿਰ ਉਹ ਪ੍ਰੋਲੋਂਗ ਉਹਨੂੰ ਨਹੀਂ ਹੋਣ ਦੇਣਾ ਸਟ੍ਰੈਸ ਨੂੰ। ਬਿਲਕੁਲ। ਇਹ ਦੇਖੋ ਇਹੀ ਚੀਜ਼ ਹੈ, ਇਸ ਤੋਂ ਸਟ੍ਰੈਸ ਨੂੰ ਅਸੀਂ ਉੱਤੇ ਬਰਨਆਊਟ ਵਾਸਤੇ ਉੱਤੋਂ ਦੀ ਥੱਲੇ ਪੜ੍ਹਦੇ ਹਾਂ ਸਟੇਟਮੈਂਟ ਨੂੰ, ਇਹ ਤੋਂ ਸਟ੍ਰੈਸ ਤੇ ਥੱਲੇ ਦੀ ਉੱਤੇ ਪੜ੍ਹੀ। ਸਟ੍ਰੈਸ ਕੀ ਹੈ? ਸਟ੍ਰੈਸ ਸਾਨੂੰ ਬਰਨਆਊਟ ਤੱਕ ਲੈ ਕੇ ਜਾਂਦੀ ਹੈ। ਕਿਦੋਂ? ਜਦੋਂ ਸਾਨੂੰ ਇਮੋਸ਼ਨਲ, ਮੈਂਟਲ ਐਂਡ ਫਿਜ਼ੀਕਲ ਐਗਜ਼ਰਸ਼ਨ ਹੋ ਜਾਂਦੀ ਕਾਜ਼ ਐਕਸੈਸਿਵ ਪ੍ਰੋਲੋਂਗ ਸਟ੍ਰੈਸ, ਤੇ ਉਦੋਂ ਆਦਮੀ ਜਿਹੜਾ ਉਹ ਬਰਨਆਊਟ ਦੇ ਵਿੱਚ ਚਲੇ ਜਾਂਦਾ ਹੈ। ਟੀਚਰ ਜਿਹੜੇ ਨੇ ਬਰਨਆਊਟ 'ਚ ਚਲੇ ਜਾਂਦੇ ਨੇ। ਔਰ ਇਹੋ ਜਿਹੀ ਕੰਡੀਸ਼ਨ ਕਈ ਵਾਰੀ ਸਾਡੇ ਸਾਹਮਣੇ ਅਧਿਆਪਕ ਸਾਥੀਆਂ ਦੇ ਦੇਖਣ ਦੇ ਮਿਲਦੀ ਹੈ, ਜਿਹੜੇ ਨਵੇਂ ਸਾਥੀ ਸਾਡੇ ਕੋਲ ਆਉਂਦੇ ਨੇ। ਜੀ। ਇਹ ਤੋਂ ਬਦਨਾ ਆਪਾਂ ਬਾਰ-ਬਾਰ ਗੱਲ ਕਰਦੇ ਨਾ, ਇੱਕ ਬਹੁਤ ਵੱਡੀ ਪਰਸੈਂਟੇਜ ਆ ਜਿਹੜੀ ਕਿ 1 ਸਾਲ 'ਚ ਹੀ ਉਹ ਜੌਬ ਛੱਡ ਰਹੀ ਹੈਗੀ ਆ। ਬਹੁਤ ਸਾਰੀ ਪਰਸੈਂਟੇਜ ਆ, ਕਰੀਬ 46 ਅੱਧੇ ਹੀ ਲਗਾ ਲਓ ਕਿ ਉਹ 5 ਸਾਲ ਬਾਅਦ ਛੋੜ ਰਹੇ ਨੇ ਵੀ ਸਾਨੂੰ ਨਹੀਂ ਜੌਬ ਚਾਹੀਦੀ। ਬਿਲਕੁਲ ਦੇਖੋ ਜੀ, ਬਹੁਤ ਕਲੀਅਰ ਹੈ ਕਿ ਇੱਥੇ 2 ਚੀਜ਼ਾਂ ਹੋਰ ਕਲੀਅਰ ਕਰਨ ਵਾਲੀਆਂ ਨੇ। ਦੇਖੋ ਕਈ ਵਾਰੀ ਤੇ ਮੈਂ ਗੱਲ ਕਰਦੇ ਹੋ, ਤੁਸੀਂ ਵੀ ਗੱਲ ਕਰਦੇ ਹੋ ਕਿ
ਟੀਚਰਸ ਕੈਸੋ ਜਿਹੇ ਨੇ, ਟੀਚਰ ਦੀ ਗੱਲ ਕਰੀਏ, ਲੈ ਕੇ ਚੱਲੀਏ, ਸਮ ਟੀਚਰ ਆਰ ਬਾਈ ਚੁਆਇਸ ਤੇ ਸਮ ਆਰ ਐਕਸੀਡੈਂਟਲ ਟੀਚਰ, ਹਾਂ ਐਕਸੀਡੈਂਟ ਵੀ ਉਹ ਬਾਈ ਚੁਆਇਸ ਨਹੀਂ ਹਨ। ਤੇ ਹੁਣ ਇੱਥੇ ਜੇ ਗੱਲ ਕਰੀਏ ਤੇ ਜਿਹੜੇ ਬੱਚਾ ਟੀਚਰ ਬਣਦਾ ਹੈ, ਜਿਹੜਾ ਵਿਦਿਆਰਥੀ ਨਵਾਂ ਟੀਚਿੰਗ ਲਾਈਨ ਚ ਆਉਂਦਾ ਹੈ, ਤੇ ਇੱਕ ਡਾਟਾ ਸਾਡੇ ਸਾਹਮਣੇ ਆਇਆ ਹੈ ਕਿ 14% ਜਿਹੜੇ ਇੰਡੀਅਨ ਟੀਚਰ ਨੇ ਉਹ 1 ਸਾਲ ਦੇ ਅੰਦਰ ਆਪਣੀ ਜਿਹੜੀ ਜੌਬ ਹੈ ਉਹ ਛੱਡ ਦਿੰਦੇ ਨੇ, ਔਰ ਜਿਹੜੇ 46% ਬੰਦੇ ਜਿਹੜੇ ਨੇ ਉਹ 5 ਸਾਲਾਂ ਦੇ ਅੰਦਰ ਅੰਦਰ ਆਪਣੀ ਜੌਬ ਟੀਚਿੰਗ ਦੀ ਉਹ ਛੱਡ ਕਿੰਨੀ ਵੱਡਾ ਜਾਂਦੇ ਨੇ। ਡਾਟਾ ਹੈ, ਬਹੁਤ ਵੱਡਾ ਡਾਟਾ ਹੈ ਤੁਹਾਡੇ ਕੋਲ। ਕਿ ਇਹ ਸਟ੍ਰੈਸ ਅਗਰ ਆਪਾਂ ਮੈਨੇਜ ਕਰ ਲੈਂਦੇ ਤੇ ਬਰਨਆਊਟ ਤੱਕ ਨਾ ਪਹੁੰਚਦੇ, ਨਹੀਂ ਪਹੁੰਚਦੇ। ਤੇ ਜੇ ਨਾ ਪਹੁੰਚਦੇ ਤੇ ਇੱਥੋਂ ਤੱਕ ਨਾ ਪਹੁੰਚਦੇ। ਔਰ ਇਹਦੇ ਨਾਲ ਕਿੰਨਾ ਨੁਕਸਾਨ ਹੁੰਦਾ ਸਾਡੇ ਸਿਸਟਮ ਦਾ। ਇੱਕ ਟੀਚਰ ਤਿਆਰ ਕਰਨ ਦੇ ਲਈ ਦੇਖੋ ਸਰਕਾਰ ਦੁਆਰਾ ਕਿੰਨਾ ਵੱਡਾ ਸਿਸਟਮ ਕ੍ਰੀਏਟ ਕਰ, ਕਰੋੜਾਂ ਰੁਪਏ ਜਿਹੜੇ ਲਗਾਏ ਜਾਂਦੇ ਨੇ ਉਹਨਾਂ ਦੇ ਉੱਤੇ, ਉਹਨਾਂ ਨੂੰ ਟੀਚਿੰਗ ਦੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ, ਲੇਕਿਨ ਉਹ ਫਿਰ ਜਦੋਂ ਟੀਚਿੰਗ ਚ ਆ ਕੇ ਛੱਡ ਦਿੰਦੇ ਨੇ। ਮੈਨੂੰ ਬਹੁਤ ਹੈਰਾਨਗੀ ਹੁੰਦੀ ਜਦੋਂ ਕਹਿੰਦੇ ਮੈਂ ਇੰਜੀਨੀਅਰਿੰਗ ਕੀਤੀ, ਹੁਣ ਕੀ ਕਰ ਰਿਹਾ, ਹੁਣ ਬੈਂਕ 'ਚ ਮੈਂ ਕਲਰਕ ਲੱਗ ਗਿਆ। ਨਹੀਂ ਉਹ ਤਾਂ ਭਾਈ ਟੀਚਿੰਗ, ਤੁਸੀਂ ਇੰਜੀਨੀਅਰਿੰਗ ਕੀਤੀ ਕਿਉਂ ਸੀ? ਟੀਚਿੰਗ ਦੇ ਉੱਤੇ ਕਰਕੇ ਤੁਸੀਂ ਡਾਕਟਰੇਟ ਕੀਤੀ, ਡਾਕਟਰ ਬਣ ਕੇ ਤੁਸੀਂ ਬਾਅਦ ਚ ਦੁਕਾਨ ਤੇ ਬੈਠੇ ਹੋਏ ਹੋ, ਤੁਸੀਂ ਆਪਣੇ ਡਾਕਟਰੀ ਪੇਸ਼ਾ ਜੇ ਪਰ ਉਹਨੂੰ ਲੱਗ ਰਿਹਾ ਨਾ ਕਿ ਦੁਕਾਨ ਤੋਂ ਜ਼ਿਆਦਾ ਪੈਸੇ ਆ ਰਹੇ ਆ, ਮਤਲਬ ਅਜੀਬ ਗੱਲ ਹੈ, ਉਹਨੂੰ ਲੱਗ ਰਿਹਾ ਕਿ ਮੈਨੂੰ ਦੁਕਾਨ ਤੋਂ ਸਟ੍ਰੈਸ ਨਹੀਂ ਆ ਰਿਹਾ, ਮੈਨੂੰ ਜੌਬ ਤੋਂ ਸਟ੍ਰੈਸ ਆ ਰਿਹਾ। ਇਹ ਚੀਜ਼ਾਂ ਸਹੀ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ। ਪਰ ਇਹ ਕਹਿੰਦਾ ਮਤਲਬ ਆਪਾਂ ਨੂੰ ਇਸ ਚੀਜ਼ ਨੂੰ ਪਛਾਣਨਾ ਹੈਗਾ ਆ ਕਿ ਜਿਹੜੀ ਆ ਪਰਸੈਂਟੇਜ ਦੀ ਆਪਾਂ ਬਾਰ-ਬਾਰ ਗੱਲ ਕਰਦੇ ਹੈਗੇ, ਇਹ ਤੋਂ ਆਪਾਂ ਬਚਣਾ ਹੈਗਾ ਆ, ਤੇ ਟੀਚਰ ਵਾਸਤੇ ਜਿਹੜੇ ਚੈਲੰਜ ਆ ਰਹੇ ਹੈਗੇ ਨੇ ਉਹਨਾਂ ਬਾਰੇ ਆਪਾਂ ਸੋਚਣਾ ਹੈ। ਬਿਲਕੁਲ, ਟੀਚਰ ਡੀਲ ਵਿਦ देयर ਚੈਲੰਜਸ, ਸਟ੍ਰੈਸ ਇਨ ਮੈਨੀ, ਬਹੁਤ ਤਰ੍ਹਾਂ ਦੀ ਸਟ੍ਰੈਸ, ਡਿਫਰੈਂਟ ਟਾਈਪ ਆਫ ਸਟ੍ਰੈਸ ਜਿਹੜੀਆਂ ਨੇ ਟੀਚਰ ਫੇਸ ਕਰ ਰਹੇ ਹੈ। ਐਜ਼ ਏ ਅਸੀਂ ਡਿਪਾਰਟਮੈਂਟ 'ਚ ਬੈਠੇ ਹਾਂ, ਸਾਡੇ ਸਾਹਮਣੇ ਹੀ ਹੈ, ਕਈ ਵਾਰ ਟੀਚਰ ਦੇਖੋ ਕੰਮ ਤਾਂ ਹੈ, ਤੁਸੀਂ ਕੰਮ ਨੂੰ ਕਿਸ ਤਰੀਕੇ ਲੈਂਦੇ ਹੋ, ਕਿਸ ਤਰੀਕੇ ਸਮਝਦੇ ਹੋ, ਕਿਸ ਤਰੀਕੇ ਆਪਣੇ ਆਪ ਉਹਨੂੰ ਫੇਸ ਕਰਦੇ ਹੋ, ਉਹ ਤੇ ਤੁਹਾਡੀ ਸਟ੍ਰੈਸ ਲੈਵਲ। ਉਹ ਕਈ ਮੈਨੇਜ ਨਹੀਂ ਕਰ ਪਾ ਰਹੇ ਨਾ, ਕਈ ਮੈਨੇਜ ਨਹੀਂ ਕਰ ਪਾ ਰਹੇ, ਫਿਰ ਉਹ ਡਿਸਕਰੇਜ ਹੋ ਰਹੇ ਨੇ ਤੇ ਉਹ ਫਿਰ ਬਹੁਤ ਦੁਖੀ ਮਹਿਸੂਸ ਕਰ ਰਹੇ ਨੇ। ਉਹਨਾਂ 'ਚ ਗੁੱਸਾ ਬਹੁਤ ਜਾ ਰਿਹਾ ਹੈ, ਐਂਜ਼ਾਈਟੀ ਬਹੁਤ ਜਾ ਰਿਹਾ ਹੈ, ਉਹਨਾਂ ਨੂੰ ਫਿਜ਼ੀਕਲੀ ਬੜੀ ਪ੍ਰੋਬਲਮਸ ਆ ਰਹੀਆਂ ਨੇ। ਇਹ ਬਹੁਤ ਚੀਜ਼ਾਂ ਸਾਡੇ ਸਾਹਮਣੇ ਜਿਹੜੀ ਸਟ੍ਰੈਸ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ ਨੇ। ਪਰ ਉਹੀ ਗੱਲ ਹੈ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਈ ਵਾਰ ਸਕੂਲ ਦਾ ਹੀ এনवायरमेंट ਇਸ ਤਰ੍ਹਾਂ ਹੈ, ਐਨਪੀ 'ਚ ਆਪਾਂ ਗੱਲ ਕਰ ਰਹੇ ਹਾਂ ਨਾ, ਕਿ ਸੁਖਦ এনवायरमेंट ਹੋਵੇ, ਨਾ ਕਿ ਹੌਸਟਾਈਲ এনवायरमेंट ਹੋਵੇ। ਸਾਡੇ ਹੈਡਮਾਸਟਰ ਸਾਹਿਬਾਨ ਹੈਗੇ ਨੇ, ਜਿਹੜੇ ਪ੍ਰਿੰਸੀਪਲ ਸਾਹਿਬਾਨ ਹੈਗੇ, ਇਸ ਚੀਜ਼ ਨੂੰ ਬੜਾ ਧਿਆਨ ਦੇਣਾ ਚਾਹੀਦਾ ਕਿ ਐਨਪੀ ਵੀ ਇਸ ਬਾਰੇ ਕਹਿ ਰਿਹਾ ਕਿ ਸਕੂਲ ਦਾ ਤੁਸੀਂ এনवायरमेंट ਚੰਗਾ ਬਣਾਉਣਾ ਹੈ। ਬਿਲਕੁਲ, ਦੇਖੋ ਮੈਂ ਥੋੜੇ ਦਿਨ ਪਹਿਲੇ ਮੇਰੇ ਬੜੇ ਪਿਆਰੇ ਮਿੱਤਰ ਨੇ, ਪ੍ਰਿੰਸੀਪਲ ਨੇ, ਟੀਚਰ ਟ੍ਰੇਨਿੰਗ ਦੇ ਵਿੱਚ ਉਹ ਗੱਲ ਕਰ ਰਹੇ ਸੀ, ਕਹਿੰਦੇ ਕਿ ਜਿਹੜਾ ਡੀਡੀਓ ਹੈ ਸਕੂਲ ਦਾ, ਪ੍ਰਿੰਸੀਪਲ ਹੈ, ਉਹਦਾ ਮੇਨ ਮਕਸਦ ਹੋਣਾ ਚਾਹੀਦਾ ਹੈ ਕਿ ਸਕੂਲ 'ਚ ਇਹੋ ਜਿਹਾ ਐਟਮੋਸਫੇਅਰ ਪੈਦਾ ਕਰੇ ਜਿਹਦੇ ਸਾਰੇ ਟੀਚਰ ਨੂੰ ਇੱਕ ਚੰਗਾ ਮਾਹੌਲ ਕ੍ਰੀਏਟ ਕਰੇ, ਯਾਨੀ ਕਿ ਉਹਨਾਂ ਨੂੰ ਟੀਚਿੰਗ ਵਾਸਤੇ ਇੱਕ ਅੱਛਾ ਮਾਹੌਲ ਹੈ। ਜਦ ਹੁੰਦਾ ਉਲਟਾ ਹੈ, ਕਈ ਵਾਰੀ ਜਿਹੜੇ ਹੈਡ ਨੇ ਉਹ ਆਪਣੇ ਆਲੇ ਦੁਆਲੇ ਇੱਕ ਇਹੋ ਜਿਹਾ ਕ੍ਰੀਏਟ ਕਰ ਲੈਂਦੇ ਵੀ ਟੀਚਰ ਆਪਣੇ ਮਸਲਿਆਂ 'ਚ ਉਲਝੇ ਨਾ ਤੇ ਮੇਰੇ ਨਾਲ ਕੋਈ ਮੈਨੂੰ ਤੰਗ ਨਹੀਂ ਕਰਨ। ਪਰ ਇੱਕ ਹੈਡ ਨੂੰ ਇਸ ਚੀਜ਼ ਦਾ ਬੜਾ ਧਿਆਨ ਕਰਨਾ ਚਾਹੀਦਾ ਕਿ ਕਿਤੇ ਨਾ ਕਿਤੇ ਉਹਨੂੰ ਸਗੋਂ ਉਹਨੂੰ ਮੋਟੀਵੇਸ਼ਨ ਦੇਵੇ। ਇਹ ਨਾ ਹੋਵੇ ਕਿ ਉਹ ਸਟ੍ਰੈਸ 'ਚ ਆ ਜਾਏ ਤੇ ਉਹਦਾ ਇੰਟਰਸਟ ਤੇ ਮੋਟੀਵੇਸ਼ਨ ਸਾਰੀ ਖਤਮ ਹੋ ਜਾਏ ਤੇ ਉਹ ਪੜਾਉਣ ਤੋਂ ਵਾਂਝਾ ਹੋ ਜਾਏ। 3 ਸ਼ਬਦ ਜਿਹੜੇ ਨੇ ਇਹਨਾਂ ਦਾ ਆਪਸੀ ਬਹੁਤ ਅੱਛਾ ਇੱਕ ਕੋਰਿਲੇਸ਼ਨ ਵੀ ਹੈ, ਬੜਾ ਸੰਬੰਧ ਹੈ। ਜਿੰਨੀ ਜ਼ਿਆਦਾ ਤੁਸੀਂ ਸਟ੍ਰੈਸ 'ਚ ਜਾਓਗੇ ਉਨਾ ਹੀ ਤੁਹਾਡਾ ਇੰਟਰਸਟ ਕਿਸੇ ਕੰਮ ਪ੍ਰਤੀ ਘਟਦਾ ਜਾਏਗਾ, ਤੁਸੀਂ ਉਹ ਇੰਟਰਸਟ ਲੂਜ਼ ਕਰਦੇ ਜਾਓਗੇ, ਔਰ ਜੇ ਇੰਟਰਸਟ ਲੂਜ਼ ਹੋ ਜਾਏਗਾ ਤੁਹਾਨੂੰ ਮੋਟੀਵੇਸ਼ਨ ਨਹੀਂ ਮਿਲੇਗੀ। ਜੇ ਤੁਸੀਂ ਮੋਟੀਵੇਟ ਨਹੀਂ ਹੋਵੋਗੇ ਤੇ ਨੋ ਡਾਊਟ ਤੁਸੀਂ ਉਹ ਕ੍ਰੀਏਟੀਵਿਟੀ ਨਹੀਂ ਕਰ ਸਕੋਗੇ, ਉਹ ਕੰਮ ਪ੍ਰਤੀ ਇਮਾਨਦਾਰੀ ਨਾਲ ਕੰਮ ਨੂੰ ਨਹੀਂ ਕਰ ਸਕਦੇ, ਇਮਾਨਦਾਰ ਨਹੀਂ ਹੋ ਪਾਓਗੇ। ਸਟ੍ਰੈਸ ਨੂੰ ਮੈਨੇਜਮੈਂਟ ਕਰਨਾ, ਮੈਂ ਤੁਹਾਡੇ ਨਾਲ ਹੁਣੇ ਥੋੜੀ ਦੇਰ ਪਹਿਲੇ ਜਿਵੇਂ ਅਸੀਂ ਡਿਸਕਸ ਕਰ ਰਹੇ ਸੀਗੇ ਕਿ ਮੈਨੇਜਮੈਂਟ ਵਰਡ ਕਿੰਨੀ ਜਗ੍ਹਾ ਤੇ ਯੂਜ਼ ਹੋ ਰਿਹਾ ਹੈ, ਹੋਟਲ ਮੈਨੇਜਮੈਂਟ ਹੋ ਰਹੀ ਹੈ, ਸਟ੍ਰੈਸ ਮੈਨੇਜਮੈਂਟ ਅਸੀਂ ਵਰਡ ਯੂਜ਼ ਕਰ ਰਹੇ ਹਾਂ, ਟਾਈਮ ਮੈਨੇਜਮੈਂਟ ਕਰ ਰਹੇ ਹਾਂ, ਕਿੰਨੀ ਜਗ੍ਹਾ ਦੇ ਉੱਤੇ ਅਸੀਂ ਮੈਨੇਜਮੈਂਟ ਵਰਡ ਹੀ ਕਰ ਰਹੇ ਹਾਂ। ਤੇ ਸਟ੍ਰੈਸ ਨੂੰ ਵੀ ਤਾਂ ਮੈਨੇਜ ਹੀ ਕਰਨਾ ਹੈ ਜੀ। ਇਹ ਟਾਈਮ ਮੈਨੇਜਮੈਂਟ ਦਾ ਵੀ ਯਾਰ ਕਿ ਮੈਂ ਲੈਕਚਰ ਦਿੱਤਾ ਸੀ ਉੱਥੇ, ਤੇ ਤੁਸੀਂ ਸਟ੍ਰੈਸ ਮੈਨੇਜਮੈਂਟ ਦਾ ਦੇ ਰਹੇ ਸੀ। ਬਾਕੀ ਅਗਰ ਆਪ ਮੈਨੇਜਮੈਂਟ ਆ ਜਾਵੇ ਨਾ ਤਾਂ ਮੈਨੂੰ ਲੱਗਦਾ ਬਹੁਤ ਸਾਰੀ ਪ੍ਰੋਬਲਮ ਦਾ ਸੋਲੂਸ਼ਨ ਹੋ ਜਾਂਦਾ। ਹੁਣ ਕਿਤੇ ਨਾ ਕਿਤੇ ਉਹੀ ਗੱਲ ਨਾ ਕਿ ਇਹ ਅਸੀਂ ਜਦੋਂ ਇਹਨਾਂ ਸਮੱਸਿਆ 'ਚ ਆਉਂਦੇ ਹੈਗੇ ਆ ਤੇ ਫਿਰ ਸਾਨੂੰ ਬੜੇ ਪ੍ਰਕਾਰ ਦੀਆਂ ਸ਼ਾਰੀਰਿਕ ਸਮੱਸਿਆ ਹੋਣ ਪੈਂਦੀਆਂ। ਬਿਲਕੁਲ ਦੇਖੋ ਮੈਂ ਇਹ ਜਿਹੜਾ ਫਿਗਰ ਹੈ, ਕਈ ਵਾਰੀ ਕਈ ਹਜ਼ਾਰ ਲਫ਼ਜ਼ ਵੀ ਜਿਹੜੇ ਹੈ ਕਿਸੇ ਚੀਜ਼ ਨੂੰ ਬਿਆਨ ਨਹੀਂ ਕਰ ਸਕਦੇ, ਜਦੋਂ ਇੱਕ ਜਿਹੜੀ ਇਮੇਜ ਹੈ ਉਹ ਬਿਆਨ ਕਰ ਦਿੰਦੀ ਹੈ। ਮੈਂ ਨਾਰਮਲੀ ਇਹ ਚੀਜ਼ ਕਹਿਣਾ, ਇਹਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਕਿ ਸਟ੍ਰੈਸ ਦੇ ਅਲੱਗ-ਅਲੱਗ ਤਰ੍ਹਾਂ ਦੇ ਸਿੰਪਟਮ ਸਾਡੇ ਸਾਹਮਣੇ ਆਉਂਦੇ ਨੇ। ਹੁਣ ਸਟ੍ਰੈਸ 'ਚ ਕਈ ਬੰਦਾ ਬੜਾ ਗੁੱਸਾ ਹੋ ਜਾਂਦਾ, ਕਿ ਉਹਨੂੰ ਬੜਾ ਗੁੱਸੇ ਦਾ ਮਾਹੌਲ ਹੋ। ਤੁਸੀਂ ਅਸੀਂ ਆਪਣੇ ਤੌਰ ਤੇ ਜਮਾ ਕੇ ਦੇਖ ਲਈਏ, ਅਸੀਂ ਆਪਣੇ ਤੇ ਕਈ ਵਾਰੀ ਆਉਂਦੇ ਮੇਰਾ ਸਿਰ ਪੀੜ ਬਹੁਤ ਸਟ੍ਰੈਸ ਹੋ ਗਈ ਹੈ, ਮੇਰਾ ਸਿਰ ਪੀੜ ਹੋ ਰਿਹਾ, ਮੇਰਾ ਸਰੀਰ ਟੁੱਟਦਾ ਪਿਆ, ਕਿਸੇ ਦਾ ਪੇਟ ਖਰਾਬ ਹੋ ਜਾਂਦਾ ਹੈ, ਕਿਸੇ ਦਾ ਤੁਸੀਂ ਕੋ ਪਿੱਠ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਸੇ ਦੀ ਬੈਕ ਪੇਨ ਸ਼ੁਰੂ ਹੋ ਜਾਂਦੀ ਹੈ, ਕਈਆਂ ਨੂੰ ਜਿਹੜਾ ਹੈ ਉਹ ਮਸਲ ਜਿਹੜੇ ਹੈ ਉਹ ਸਟਿਫ ਕਰਨੇ ਸ਼ੁਰੂ ਹੋ ਜਾਂਦੇ ਨੇ। ਕਾਰਨ ਵੇਖੋ ਕੀ ਆ ਕਿ ਸਾਈਕੋਲੋਜੀਕਲ ਕਾਰਨ ਜਿਹੜੇ ਹੈਗੇ ਉਹ ਸਾਡੇ ਸਰੀਰ ਨੂੰ ਪ੍ਰਭਾਵ ਦੇ ਰਹੇ ਨੇ। ਹੁਣ ਦੇਖੋ ਸਾਇੰਟਿਸਟ ਨੇ ਪ੍ਰੂਵ ਕਰ ਦਿੱਤਾ ਹੈ, ਸ਼ੂਗਰ, ਬੀਪੀ, ਥਾਇਰਾਇਡ, ਇਹ ਸਾਰੀ ਪ੍ਰੋਬਲਮ ਕਿਤੇ ਨਾ ਕਿਤੇ ਸਟ੍ਰੈਸ ਨਾਲ ਰਿਲੇਟਡ ਨੇ।
ਠੀਕ ਇਹ ਹੈ। ਸਟ੍ਰੈਸ ਜਿਹੜੀ ਹੈ ਬਹੁਤ ਸਾਰੀ ਫਿਜ਼ੀਕਲ ਪ੍ਰੋਬਲਮ ਸਾਡੇ ਸਾਹਮਣੇ ਲਿਆਂਦੀ ਹੈ। ਹੁਣ ਗੱਲ ਤੇ ਇਹੋ ਹੀ ਹੈਗੀ ਆ ਕਿ ਆਪਾਂ ਇਹਨੂੰ ਸਟ੍ਰੈਸ ਨੂੰ ਮੈਨੇਜ ਕਿੱਦਾਂ ਕਰਨਾ। ਸਟ੍ਰੈਸ ਬਹੁਤ ਤਰ੍ਹਾਂ ਦੇ ਨੇ, ਦੇਖੋ ਤੁਸੀਂ ਦੇਖਿਆ ਬਹੁਤ ਤਰ੍ਹਾਂ ਦੇ ਸਟ੍ਰੈਸ ਨੇ, ਪਰ ਮੈਨੇਜ ਕਿੱਦਾਂ ਕਰਨਾ ਹੈ। ਠੀਕ ਤੇ ਉਹਨੂੰ ਮੈਨੇਜਮੈਂਟ, ਫਿਰ ਵਰਡ ਆ ਗਿਆ ਸਾਡਾ ਮੈਨੇਜਮੈਂਟ। ਨਾਓ ਵੀ ਮਸਟ ਨੋ ਹਾਊ ਟੂ ਮੈਨੇਜ ਦਾ ਸਟ੍ਰੈਸ। ਸਭ ਤੋਂ ਪਹਿਲੇ ਦੇਖੋ ਦੀ ਚੀਜ਼ ਹੈ ਰਿਲੈਕਸ ਯੂਰਸੈਲਫ ਐਜ਼ ਯੂ ਕੈਨ। ਕੋਈ ਹੌਬੀ, 뮤직 ਲਓ, ਕੋਈ ਐਕਸਰਸਾਈਜ਼ ਕਰੋ, ਮਿਊਜ਼ਿਕ ਨੂੰ ਸੁਣੋ, ਤੁਹਾਨੂੰ ਰਿਲੈਕਸ ਕਰਨ 'ਚ ਹੈਲਪ ਕਰੇਗਾ। ਮਿਊਜ਼ਿਕ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ, ਤੁਸੀਂ ਦੇਖਿਆ ਹੋਏਗਾ। ਹੌਬੀਜ਼ ਛੋਟੇ ਲੈਵਲ ਤੱਕ ਤਾਂ ਸਾਡੀਆਂ ਰਹਿੰਦੀਆਂ ਨੇ, ਜਿਉਂ ਜਿਉਂ ਵੱਡੇ ਹੋ ਜਾਂਦੇ ਆ, ਪਰਿਵਾਰ ਦੀ ਜ਼ਿੰਮੇਵਾਰੀਆਂ ਪੈ ਜਾਂਦੀਆਂ, ਪ੍ਰੋਫੈਸ਼ਨਲ ਲਾਈਫ ਹੋ ਜਾਂਦੀ ਹੈ, ਸਾਡੀ ਹੌਬੀਜ਼ ਨਿਕਲ ਜਾਂਦੀਆਂ ਨੇ। ਹੌਬੀ ਨੂੰ ਮੇਨਟੇਨ ਕਰੋ। ਜੋ ਵੀ ਹੌਬੀ, ਤੁਸੀਂ ਭਾਵੇਂ ਉਹ ਗਾਰਡਨਿੰਗ ਹੈ, ਭਾਵੇਂ ਤੇ ਪੇਂਟਿੰਗ ਹੈ, ਭਾਵੇਂ ਲਿਸਨਿੰਗ ਮਿਊਜ਼ਿਕ ਹੈ, ਡਾਂਸਿੰਗ ਹੈ, ਕੁਛ ਵੀ ਹੈ। ਮੈਡੀਟੇਸ਼ਨ ਜਿਹੜੀ ਹੈ ਦੈਟ ਇਜ਼ ਦ ਅਲਟੀਮੇਟ ਸਟ੍ਰੈਸ ਮੈਨੇਜਮੈਂਟ ਟੂਲ। ਮੈਂ ਤੇ ਕਹਾਂਗਾ ਇਹ ਹੱਥ ਦੇ ਥੱਲੇ ਉਹ ਮੈਡੀਟੇਸ਼ਨ ਲਿਖਿਆ ਆ ਗਿਆ ਜੀ, ਚੌਕ ਦੇ ਥੱਲੇ। ਉਹ ਮੈਡੀਟੇਸ਼ਨ ਜਿਹੜਾ ਉੱਤੋਂ ਉੱਤੇ ਕੋਈ ਨਹੀਂ। ਔਰ ਇੱਕ ਹੋਰ ਸਾਡੇ ਕੋਲ ਟੂਲ ਮੈਡੀਟੇਸ਼ਨ ਦੇ, ਮੈਂ ਕਹਿ ਰਿਹਾ ਉਸ ਤੋਂ ਉੱਤੇ ਕੋਈ ਚੀਜ਼ ਹੀ ਨਹੀਂ ਹੈ ਤੁਹਾਡੀ ਸਟ੍ਰੈਸ ਨੂੰ ਮੈਨੇਜ ਕਰਨ ਵਾਸਤੇ। ਅਗਰ ਕੋਈ ਵੀ ਵਿਅਕਤੀ ਹੈ ਐਕਸਰਸਾਈਜ਼ ਹੀ ਕਰਦਾ ਪਿਆ ਤੇ ਮੈਂ ਫਰਕ ਪੈਂਦਾ, ਉਹ ਰਿਲੈਕਸ ਹੀ ਹੋ ਜੇ। ਮੈਂ ਤਾਂ ਕਈ ਵਾਰ ਕਹਿੰਦਾ ਹੁੰਦਾ ਕਿ ਅਗਰ ਟੀਚਰ ਬਹੁਤ ਪਰੇਸ਼ਾਨੀ ਚ ਹੈ ਨਾ, ਤੁਸੀਂ 2 ਇਕੱਠੀਆਂ ਛੁੱਟੀਆਂ ਲੈ ਲਓ ਜੀ, ਤੁਸੀਂ ਸੈਰ ਕਰਨ। ਹਾਂਜੀ, ਕੋਈ ਨਾ ਕੋਈ ਫਰਕ ਨਜ਼ਰ ਆ ਜਾਏਗਾ ਨਾ ਤੁਹਾਡੇ। ਮੈਂ ਇਹ ਚੀਜ਼ ਕਹਿੰਦਾ, ਐਕਸਰਸਾਈਜ਼ ਕਰੋ, ਸੈਰ ਕਰੋ, ਟਰੈਵਲ। ਸਾਡੇ ਇੰਡੀਆ 'ਚ ਇੱਕ ਟ੍ਰੈਂਡ ਹੈ ਕਿ ਅਸੀਂ ਬਾਹਰ ਜਦੋਂ ਜਾਣਾ ਕਿ ਜੰਮਣ ਮਰਨ ਤੇ ਹੀ ਜਾਂਦੇ ਹਾਂ। ਸਾਨੂੰ ਟਰੈਵਲ ਦਾ ਵੀ ਅਸਲੀ ਮਤਲਬ ਨਹੀਂ ਸਮਝ ਆ ਰਿਹਾ। ਅਸੀਂ ਟਰੈਵਲ ਕਰਨਾ ਹੈ, ਛੁੱਟੀ ਲਓ, ਲੌਂਗ ਡਰਾਈਵ ਤੇ ਜਾਓ। ਜ਼ਰੂਰੀ ਨਹੀਂ ਕਿ ਕਿਸੇ ਕੰਮ ਲਈ ਜਾਣਾ ਹੀ ਟਰੈਵਲਿੰਗ ਹੁੰਦੀ ਹੈ। ਵਿਦਆਊਟ ਕਿਸੇ ਕੰਮ ਦੇ ਲਈ ਤੁਸੀਂ ਜਾ ਸਕਦੇ ਹੋ। ਮੋਟੀਵੇਸ਼ਨ, ਹਾਂ ਬਿਲਕੁਲ, ਮੋਟੀਵੇਸ਼ਨ ਜਿਹੜੀ ਹੈ, ਕੋਈ ਐਸੇ ਸਾਥੀ ਤੁਹਾਡੇ ਹੋਣ ਜਿਹੜੇ ਤੁਹਾਨੂੰ ਮੋਟੀਵੇਸ਼ਨ ਕਰਨ। ਟੈਡ ਟਾਕਸ ਦੇਖਿਆ ਕਰੋ, ਹੋਰ ਕੁਛ ਨਹੀਂ ਤਾਂ ਸਾਡੇ ਰੀਅਲ ਇਨਫੋ ਦੇ ਲੈਕਚਰ ਦੇਖਿਆ ਕਰੋ, ਉੱਥੋਂ ਵੀ ਤੁਸੀਂ ਬਹੁਤ ਜ਼ਿਆਦਾ ਮੋਟੀਵੇਟ ਹੋਗੇ। ਕਾਫੀ ਚੀਜ਼ਾਂ ਤੁਸੀਂ ਦੱਸੀਆਂ। ਮੈਂ ਨਾ ਉਹੀ ਕਹਿ ਰਿਹਾ ਸੀ ਕਿ ਅਗਰ ਆਪਾਂ ਐਕਸਰਸਾਈਜ਼ ਕਰ ਲਈਏ, ਮੈਡੀਟੇਸ਼ਨ ਕਰ ਲਈਏ, ਆ ਕਮ ਸੇ ਕਮ ਚੰਗਾ ਸੌਂਦੇ ਹੋਈਏ, ਉਹਦੇ ਨਾਲ ਵੀ ਫਰਕ ਪੈਂਦਾ ਹੈ। ਸਾਡੀ ਨੀਂਦ ਬਹੁਤ ਖਰਾਬ ਹੈ, ਆਪਾਂ ਪ੍ਰਾਇੋਰਟਾਈਜ਼ ਨਹੀਂ ਕਰ ਪਾ ਰਹੇ ਆਪਣੇ ਟਾਈਮ ਮੈਨੇਜਮੈਂਟ ਵਿੱਚ ਕਿ ਕਰਨਾ ਕੀ ਹੈਗਾ। ਅਸੀਂ ਆਖਰੀ ਦਿਨ ਚ ਆ ਕੇ ਵੇਖ ਰਹੇ ਹੁੰਦੇ ਕਿ 36 ਕੰਮ ਰਹਿ ਗਏ, ਅਸੀਂ ਵੇਖਿਆ ਹੀ ਨਹੀਂ ਕਿ ਜਿਹੜਾ ਹਫਤਾ ਸਾਰਾ ਲੰਘ ਗਿਆ ਉਹਦੇ 36 ਹੋ ਸਕਦੇ ਸੀ, ਰੋਜ਼ ਦੇ 6 ਕਰਿਆ। ਹੁਣ ਇਹ 'ਚ 2 ਚੀਜ਼ਾਂ ਮੈਂ ਜੋੜਾਂਗਾ। ਦੇਖੋ ਸਾਡੇ ਬੰਦੇ ਦੀ ਡਿਫਰੈਂਟ ਲਾਈਫ ਨੇ। ਤੁਸੀਂ ਕੋਲ ਲਾਈਫ ਕਿੱਦਾਂ, ਮੈਂ ਕਹਿੰਦਾ ਜੀ ਉਹਦੀ ਪ੍ਰੋਫੈਸ਼ਨਲ ਲਾਈਫ ਹੈ, ਉਹਦੀ ਪਰਸਨਲ ਲਾਈਫ ਹੈ, ਉਹਦੀ ਜਿਹੜੀ ਪ੍ਰਾਈਵੇਟ ਲਾਈਫ ਹੈ, ਫੈਮਿਲੀ ਲਾਈਫ ਹੈ। ਪ੍ਰੋਬਲਮ ਉੱਥੇ ਕ੍ਰੀਏਟ ਹੁੰਦੀ ਹੈ ਜਦੋਂ ਤੁਸੀਂ ਇੱਕ ਲਾਈਫ ਨੂੰ ਦੂਜੀ ਲਾਈਫ ਦੇ ਨਾਲ ਇੰਟਰਮਿੰਗਲ ਕਰਦੇ ਹੋ, ਮਿਕਸ ਕਰ ਦਿੰਦੇ ਹੋ। ਠੀਕ ਹੈ। ਸਲੀਪ ਵੈਲ ਦੀ ਗੱਲ ਹੈ, ਸੋਵੋ ਟਾਈਮ ਤੇ। ਤੁਸੀਂ ਇਹ ਜਿਹੜਾ ਸਭ ਤੋਂ ਵੱਡਾ ਪ੍ਰੋਬਲਮ ਸਾਡੀ ਮੋਬਾਈਲ ਔਰ ਜਿਹੜਾ ਟੀਵੀ ਹੈ, ਇਹ ਤੇ ਆਪਣਾ ਘੱਟ ਤੋਂ ਘੱਟ ਰੱਖੋ। ਔਰ ਈਟ ਵੈਲ, ਸਹੀ ਖਾਓ, ਖਾਣਾ ਲੇਟ ਨਾ ਖਾਓ, ਜਲਦੀ ਖਾਓ, ਡਾਈਜੈਸਟਿਵ ਖਾਓ। ਸਾਡੀ ਈਟਿੰਗ ਹੈਬਿਟ ਖਰਾਬ ਨੇ। ਔਰ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ, ਮੇਕ ਲਿਸਟ। ਆਪਣੇ ਦਿਮਾਗ ਨੂੰ ਕੂੜਾਦਾਨ ਨਾ ਬਣਾਓ। ਕੋਈ ਪ੍ਰੋਬਲਮ ਨੇ, ਉਹਨੂੰ ਪ੍ਰਾਇੋਰਟੀ ਦੀ ਇੱਕ ਲਿਸਟ ਤਿਆਰ ਕਰ ਲਓ ਕੰਮ ਦੀ। ਹਰ ਬੇਵਕੂਫੀ ਵਾਲੇ ਕੰਮ ਨੂੰ ਆਪਾਂ ਪਹਿਲਾਂ ਰੱਖਿਆ ਹੋਇਆ ਉਹ ਲਿਸਟ ਬਣਾ ਕੇ ਉਹਨੂੰ ਆਪਣੀ ਦਿਮਾਗ ਦੀ ਰੈਮ ਨੂੰ ਖਾਲੀ ਰੱਖੋ। ਮੈਂ ਤਾਂ ਸਿੱਧਾ ਕਹਿਣਾ ਕਿ ਜਿਵੇਂ ਕੰਪਿਊਟਰ ਦੀ ਰੈਮ ਹੋ ਜਾਏ, ਮੋਬਾਈਲ ਦੀ ਰੈਮ ਹੋ ਜਾਏ, ਤੇ ਮੋਬਾਈਲ ਹੈਂਗ ਕਰਨਾ ਸ਼ੁਰੂ ਹੋ ਜਾਂਦਾ ਹੈ। ਇਨ ਦਾ ਸੇਮ ਵੇ ਤੁਸੀਂ ਆਪਣੇ ਬ੍ਰੇਨ 'ਚ ਇੰਨੇ ਜ਼ਿਆਦਾ ਕੰਮ ਭਰ ਲੈਂਦੇ ਹੋ ਤਾਂ ਤੁਹਾਡਾ ਬ੍ਰੇਨ ਵੀ ਹੈਂਗ ਕਰਨਾ ਸ਼ੁਰੂ ਹੁੰਦਾ। ਆਪਣੀ ਰੈਮ ਨੂੰ ਕਲੀਅਰ ਰੱਖੋ ਜੀ। ਆਪਣਾ ਵਰਕਲੋਡ ਵੀ ਮੈਨੇਜ ਕਰਨਾ ਚਾਹੀਦਾ, ਜਿੱਥੇ ਰਿਡਿਊਸ ਕਰਨ ਦੀ ਲੋੜ ਹੈ ਰਿਡਿਊਸ ਕਰੋ। ਇਹ ਨਹੀਂ ਕਿ ਸਾਰੀ ਦੁਨੀਆ ਦੇ ਕੰਮ ਤੁਸੀਂ ਕਰਨਾ। ਬਿਲਕੁਲ, ਇਹਦੇ ਬਾਰੇ ਅਸੀਂ ਡਿਸਕਸ ਕਰਦੇ ਰਹਿੰਦੇ ਹਾਂ ਬਹੁਤ ਜ਼ਿਆਦਾ ਕਿ ਰਿਡਿਊਸ ਦਾ ਜਿਹੜਾ ਹੈ ਵਰਕਲੋਡ। ਕੋਸ਼ਿਸ਼ ਕਰੋ ਆਪਣੀ ਜ਼ਿੰਮੇਵਾਰੀ ਵਾਲਾ ਕੰਮ। ਹੁਣ ਕਈ ਵਾਰ ਮੈਂ ਕਹਿੰਦਾ ਜੀ ਸਾਰੇ ਕੰਮ ਮੈਂ ਹੀ ਕਰਨੇ, ਜਿਹਦੀ ਜ਼ਿੰਮੇਵਾਰੀ ਹੈ ਉਹਨੂੰ ਦੇ ਦਿੱਤਾ ਜਾ ਸਕਦਾ। ਪਰ ਅਗਰ ਇਹ ਚੀਜ਼ਾਂ ਕਰਾਂਗੇ ਤਾਂ ਸਾਰੀ ਸਟ੍ਰੈਸ ਜਿਹੜੀ ਹੈ ਉਹ ਮੈਨੇਜ ਹੋ ਜਾਏਗੀ। ਤੇ ਇੱਕ ਵੱਡੀ ਗੱਲ ਹੁੰਦੀ ਹੈ, ਟ੍ਰੀਟ ਅਦਰ ਐਜ਼ ਯੂ ਵਾਂਟ ਟੂ ਬੀ ਟ੍ਰੀਟਡ। ਕਈ ਵਾਰ ਕੀ ਹੁੰਦਾ ਕਿ ਆਪਾਂ ਪਹਿਲਾਂ ਸਮਾਜ ਵਿੱਚ ਗਲਤ ਟ੍ਰੀਟ ਲੋਕਾਂ ਨੂੰ ਕਰਦੇ ਤੇ ਬਾਅਦ ਵਿੱਚ ਉਹ ਜਦੋਂ ਸਾਡੇ ਨਾਲ ਮੈਲ ਟ੍ਰੀਟਮੈਂਟ ਦਿੰਦੇ ਨੇ ਤੇ ਸਾਨੂੰ ਫਿਰ ਬੁਰਾ ਲੱਗਦਾ ਹੈਗਾ। ਇਹ ਦੇਖੋ ਹੁਣ ਅਸੀਂ ਜਿਹੜੇ ਟੌਪਿਕਸ ਅੱਗੇ ਹੁਣ ਚੱਲ ਰਹੇ ਆ, ਸਾਡੀ ਕੀ ਸਲਾਈਡਸ ਆਉਣਗੀਆਂ, ਇਹ 'ਚ ਬਹੁਤ ਉਹ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਕਿ ਸਾਡੀ ਸਟ੍ਰੈਸ ਮੈਨੇਜਮੈਂਟ 'ਚ ਕਰਨਗੀਆਂ। ਸਟ੍ਰੈਸ ਦਾ ਕਾਰਨ ਵੀ ਉਹ ਬਣਦੀਆਂ ਨੇ, ਜੋ ਸਹੀ ਕਰਦੀ ਹੈ ਤੇ ਸਟ੍ਰੈਸ ਮੈਨੇਜ 'ਚ ਵੀ ਕੰਮ ਆਉਂਦੇ, ਦੋਨੋਂ ਤਰਫ। ਦੋ ਧਾਰੀ ਤਲਵਾਰ ਹੈ। ਜੇ ਤੁਸੀਂ ਉਹਨੂੰ ਨਹੀਂ ਯੂਜ਼ ਕਰੋ, ਇੱਧਰ ਕਰੋਗੇ ਤਾਂ ਤੁਹਾਡੇ ਫਾਇਦੇ ਲਈ ਹੈ, ਉੱਧਰ ਕਰੋ ਤੁਹਾਡੇ ਨੁਕਸਾਨ ਦੇ ਲਈ। ਪਰ ਉਹ ਕਹਿ ਰਿਹਾ ਕਿ ਟ੍ਰੀਟ ਕਰੋ ਸਹੀ ਤਰੀਕੇ ਨਾਲ। ਜਿਹੋ ਜਿਹਾ ਬਿਹੇਵੀਅਰ ਤੁਸੀਂ ਦੂਸਰਿਆਂ ਨੂੰ ਚਾਹੁੰਦੇ ਹੋ, ਬਾਈਬਲ 'ਚ ਵੀ ਲਿਖਿਆ ਹੈ। ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੜੋਸੀ ਤੁਹਾਡੇ ਨਾਲ ਬਿਹੇਵੀਅਰ ਕਰੇ, ਤੁਸੀਂ ਪੜੋਸੀ ਨਾਲ ਵੀ ਉਹੋ ਜਿਹਾ ਬਿਹੇਵੀਅਰ ਕਰ ਦਿਓ। ਇਸ ਤਰੀਕੇ ਇਹ ਫਿਗਰ 'ਚ ਵੀ ਦੇਖੋ, ਇਸ ਤਰੀਕੇ ਨਾਲ ਪਿਕਚਰ ਦੇ ਵਿੱਚ ਵੀ ਇਹੀ ਚੀਜ਼ ਗਈ ਗਈ ਹੈ। ਟ੍ਰੀਟ ਅਦਰ ਪੀਪਲ ਦਾ ਵੇ ਯੂ ਵਾਂਟ ਟੂ ਬੀ ਟ੍ਰੀਟਡ। ਤੁਸੀਂ ਜਿਸ ਤਰੀਕੇ ਤੁਸੀਂ ਉਹਨਾਂ ਨੂੰ ਚਾਹੁੰਦੇ ਹੋ ਉਸ ਤੋਂ ਅੱਗੇ ਕਰੋ। ਇਫ ਯੂ ਵਾਂਟ ਟੂ ਬੀ ਟਰਸਟਡ ਬਾਈ ਫਰੈਂਡ, ਲਰਨ ਟੂ ਟਰਸਟ them। ਪਹਿਲਾਂ ਆਪਾਂ ਵੀ ਤਾਂ ਹਨਾ ਤੁਸੀਂ ਕਹੋਗੇ ਤੁਹਾਡੇ ਦੋਸਤ ਤੁਹਾਡੇ ਤੇ ਵਿਸ਼ਵਾਸ ਕਰਨਾ ਕਰਨ ਤੇ ਤੁਸੀਂ ਪਹਿਲੇ ਉਹਨਾਂ ਤੇ ਵਿਸ਼ਵਾਸ ਤਾਂ ਕਰੋ। ਇਹ ਚੀਜ਼ ਹੈ। ਔਰ ਇਸੇ ਤਰ੍ਹਾਂ ਪਿਆਰ ਹੈ, ਅਗਰ ਆਪਾਂ ਕਿਸੇ ਨੂੰ ਪਿਆਰ ਕਰਦੇ ਤੇ ਸਾਨੂੰ ਵੀ ਕੋਈ ਪਿਆਰ ਕਰ ਸਕਦਾ ਹੈਗਾ। ਲਵ ਦਾ ਸਟ੍ਰੈਸ ਚ ਮੈਨੇਜਮੈਂਟ ਚ ਬੜਾ ਵੱਡਾ ਰੋਲ ਹੈ ਜੀ। ਕਈ ਵਾਰੀ ਅਸੀਂ ਉਦਾਸ ਹੁੰਦੇ ਹਾਂ, ਕਈ ਵਾਰੀ ਐਸੀ ਕੰਡੀਸ਼ਨ ਚ ਹੁੰਦੇ ਹਾਂ ਚਾਹੁੰਦੇ ਕਿ ਸਾਡਾ ਦੁੱਖ ਜਾਂ ਸਾਡਾ ਗੱਲ ਕੋਈ ਸੁਣ ਲਵੇ ਤੇ ਅਸੀਂ ਪਿਆਰ ਪਾਲਦੇ ਹਾਂ।
ਜੀ ਪਰ ਪਿਆਰ ਦੇਣਾ ਵੀ ਤੇ ਪਏਗਾ ਨਾ। ਤੁਸੀਂ ਉਹ ਵਰਡ ਯੂਜ਼ ਕੀਤਾ ਨੇਬਰ ਦਾ, ਕਿ ਅਗਰ ਤੁਸੀਂ ਚਾਹੁੰਦੇ ਜੇ ਕਿ ਨੇਬਰ ਤੁਹਾਨੂੰ ਵੈਲਕਮ ਕਰਨ, ਤਾਂ ਤੁਹਾਨੂੰ ਤਾਂ ਵੈਲਕਮ ਨੇਬਰ ਕਰਨਾ ਪਹਿਲੇ ਪਏਗਾ ਕਰਨਾ ਨਾ। ਪਏਗਾ, ਬਿਲਕੁਲ। ਅਸੀਂ ਚਾਹੁੰਦੇ ਤੇ ਹਾਂ ਪਰ ਕਰਨ ਨੂੰ ਤਿਆਰ ਨਹੀਂ ਹੁੰਦੇ, ਜੀ ਜੀ ਉੱਥੇ ਇੱਕ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਜੀ ਹੈ। ਜੀ ਜੀ ਫਿਰ ਉਹ ਰਿਸਪੈਕਟ ਵੇਖੋ ਬਾਰ-ਬਾਰ ਵਰਡ ਆ ਰਿਹਾ ਹੈਗਾ ਹੈ, ਤੇ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਟੀਚਰਸ ਨੂੰ ਤੇ ਇਸ ਚੀਜ਼ ਨੂੰ ਨਾ ਬਹੁਤ ਸਮਝਣਾ ਪਏਗਾ ਬਿਲਕੁਲ ਕਿ ਆਪਸੀ ਰਿਸਪੈਕਟ ਜਿਹੜੀ ਹੈਗੀ ਉਹ ਬਣਾ ਕੇ ਰੱਖੀਏ, ਵੱਡੇ ਛੋਟੇ ਦਾ ਜਿਹੜਾ ਮੈਨਰਿਜ਼ਮ ਹੈਗਾ ਉਹਨੂੰ ਬਣਾ ਕੇ ਰੱਖੀਏ, ਕਿਉਂਕਿ ਆ ਟੀਚਰਸ ਵਿੱਚ ਵੀ ਮੈਂ ਮਤਲਬ ਬੜੇ ਸਾਫ਼ ਸ਼ਬਦਾਂ 'ਚ ਕਹਿਣਾ ਚਾਹਾਂਗਾ ਕਿ ਸਮੱਸਿਆ ਆਉਣੀ ਸ਼ੁਰੂ ਹੋ ਗਈ ਆ, ਬਿਲਕੁਲ ਇਸ ਤੋਂ ਬਚਣ ਦੀ ਲੋੜ ਸਾਨੂੰ ਪਏਗੀ। ਜਨਰੇਸ਼ਨ ਗੈਪ ਵੀ ਬੜਾ ਇੰਪੋਰਟੈਂਟ ਜੀ ਚੀਜ਼ ਜੀ ਹੈਗੀ ਹੈ। ਜੀ ਕੋਈ ਨਵੇਂ ਟੀਚਰ ਜਿਹੜੇ ਆ ਰਹੇ ਨੇ, ਕੁਝ ਪੁਰਾਣਿਆਂ ਦਾ ਕੋਈ ਰਿਲੇਸ਼ਨਸ਼ਿਪ ਨਹੀਂ ਹੁੰਦਾ। ਬੀ ਟੋਲਰੈਂਟ, ਵਿਦਆਊਟ ਟੋਲਰੈਂਸ ਆਰ ਵਰਲਡ ਟਰਨ ਇਨਟੂ ਹੈਲ। ਕਿੱਡੀ ਵੱਡੀ ਗੱਲ ਹੈ। ਹਾਂ, ਸਹਿਨਸ਼ੀਲਤਾ ਸਹਿਨਸ਼ੀਲਤਾ ਬਹੁਤ ਜ਼ਰੂਰੀ। ਸਹਿਨਸ਼ੀਲ ਨਾ ਬਣੀਏ। ਹਾਂ ਬਿਲਕੁਲ ਬਿਲਕੁਲ ਠੀਕ ਹੈ ਬਿਲकुल। ਨਾ। ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਛੋਟੀ ਛੋਟੀ ਗੱਲ ਦੇ ਤੇ ਆਪਣਾ IQ ਜਿਹੜਾ ਲੂਜ਼ ਕਰ ਦਿੰਦੇ ਆ, ਆਪਣਾ ਟੈਂਪਰ ਲੂਜ਼ ਕਰ ਦਿੰਦੇ ਆ। ਜੀ ਜੀ ਯਾਨੀ ਵੀ ਸ਼ੁੱਡ ਬੀ ਇਮੋਸ਼ਨਲੀ ਸਟਰੋਂਗ। ਜੀ ਸਾਨੂੰ ਸਾਡਾ IQ ਜਿਹੜਾ ਹੈ, ਇਹਦੀ ਤੇ ਬਹੁਤ ਵਾਰੀ ਗੱਲ ਅਸੀਂ ਆਪਣੇ ਸੈਮੀਨਾਰ ਕਰਨੇ ਤੇ ਵੀ ਕਰਦੇ ਹਾਂ, ਆਪਣੀਆਂ ਸਲਾਈਡਸ ਤੇ ਵੀ ਟੋਲਰੈਂਟ ਕਰਦੇ ਬਣਨਾ ਹਾਂ ਪਏਗਾ ਤੁਹਾਨੂੰ, ਸਾਨੂੰ। ਠੀਕ ਹੈ ਨਾ। ਇਹ ਅਗਰ ਆਪਾਂ ਟੋਲਰੈਂਟ ਨਹੀਂ ਬਣਦੇ ਹੈਗੇ ਤੇ ਕਿਤੇ ਨਾ ਕਿਤੇ ਸਾਡੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈਗਾ। ਤੇ ਫੋਰਗਿਵ ਕਰੀਏ। ਹਾਂ, ਕਈ ਵਾਰ ਨਾ ਆਪਾਂ ਮਾਫ ਨਹੀਂ ਕਰ ਪਾਉਂਦੇ ਲੋਕਾਂ ਨੂੰ। ਜਦੋਂ ਆਪਾਂ ਮਾਫ ਨਹੀਂ ਕਰ ਪਾਉਂਦੇ ਤਾਂ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਸਾਹਮਣੇ ਵਾਲੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈਗਾ। ਬਿਲਕੁਲ ਉਹ ਸਾਰਾ ਦਾ ਸਾਰਾ ਜਿਹੜਾ ਸਟ੍ਰੈਸ ਉਹ ਸਾਡੇ ਤੇ ਆ ਰਿਹਾ ਹੁੰਦਾ। ਅਗਰ ਆਪਾਂ ਲੋਕਾਂ ਨੂੰ ਮਾਫ ਕਰਨਾ ਸਿੱਖ ਜਾਵਾਂਗੇ ਤੇ ਕਿਤੇ ਨਾ ਕਿਤੇ ਬੜਾ ਆਸਾਨ ਹੋ ਜਾਏਗੀ ਲਾਈਫ ਤੁਹਾਡੀ। ਬਿਲਕੁਲ। ਦੇਖੋ, ਇੱਕ ਵਾਰੀ ਜੇ ਤੁਸੀਂ ਜਦੋਂ ਮਾਫ ਕਰ ਦਿੰਦੇ ਹੋ ਨਾ, ਤੇ ਉਹ ਚੀਜ਼ ਤੁਹਾਡੇ ਦਿਮਾਗ ਚੋਂ ਨਿਕਲ ਜਾਏਗੀ। ਬਿਲਕੁਲ ਉਸੇ ਤਰੀਕੇ ਦੇ ਨਾਲ ਹੈ, ਤੁਹਾਡੇ ਕਮਰੇ 'ਚ ਇੱਕ ਡਸਟਬਿਨ ਪਿਆ ਹੈ ਔਰ ਉੱਥੇ ਤੁਸੀਂ ਕਚਰਾ ਪਾਇਆ, ਜੇ ਉਹਨੂੰ ਤੁਸੀਂ ਨਹੀਂ ਸੁੱਟਦੇ ਤੇ ਕੀ ਹੋਏਗਾ? 2 ਦਿਨ ਨੂੰ ਸਮੈਲ ਕਰਨਾ ਸ਼ੁਰੂ ਕਰ ਦੇਗਾ। ਇਨ ਦਾ ਸੇਮ ਵੇ, ਜੇ ਤੁਸੀਂ ਕਿਸੇ ਦੇ ਗ੍ਰਜਿਸ ਜਿਹੜੇ ਆਪਣੇ ਦਿਮਾਗ 'ਚ ਰੱਖੇ ਨੇ, ਆਪਣੇ ਬ੍ਰੇਨ 'ਚ, ਦਿਲ 'ਚ ਰੱਖੇ ਨੇ, ਉਹ ਰੋਜ਼ ਤੁਹਾਡੇ ਉਹਦੀ ਕਚਰੇ ਦਾ ਕੰਮ ਕਰ ਰਹੇ ਨੇ, ਤੁਹਾਡੀ ਲਾਈਫ ਨੂੰ ਖਰਾਬ ਕਰ ਰਹੇ ਨੇ। ਫੋਰਗਿਵ ਦੈਟ, ਭੁੱਲ ਜਾਓ। ਪਰ ਕਿੱਡੀ ਵੱਡੀ ਗੱਲ ਵੇਖੋ ਕਹਿ ਰਿਹਾ ਹੈ ਕਿ ਅਗਰ ਉਹ ਤੁਹਾਡਾ ਕੋਈ ਬੁਰਾ ਵੀ ਕਰ ਰਿਹਾ ਨਾ, ਉਹ ਤੁਹਾਨੂੰ ਇੱਕ ਲੈਸਨ ਸਿਖਾ ਰਿਹਾ ਹੈ। ਬਿਲਕੁਲ ਤੇ ਅਗਰ ਬਿਲਕੁਲ। ਤੁਸੀਂ ਉਹ ਲੈਸਨ ਸਿੱਖ ਗਏ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਹਾਡਾ ਭਲਾ ਹੋ ਜਾਂਦਾ ਹੈਗਾ ਆ, ਤੇ ਤੁਸੀਂ ਸਗੋਂ ਉਹਨੂੰ ਇਸ ਕਰਕੇ ਮਾਫ ਕਰ ਦਿਓ ਕਿ ਤੂੰ ਚੱਲ ਮੈਨੂੰ ਲੈਸਨ ਸਿਖਾਤਾ, ਮੈਨੂੰ ਨਹੀਂ ਸੀ ਪਤਾ। ਬਿਲਕੁਲ ਬਿਲਕੁਲ। ਐਸੀ ਸੋਚ ਰੱਖਾਂਗੇ ਤੇ ਸਾਡੀ ਸਟ੍ਰੈਸ ਜਿਹੜੀ ਹੈ ਬਿਲਕੁਲ ਮੈਨੇਜ ਹੋਏਗੀ। ਪੋਲਾਈਟਨੈਸ ਨਾ ਵੇਖੋ, ਕਿਸੇ ਨੇ ਬੁਲਾਉਣਾ ਨਾ ਹੋਣਾ, ਇਹ ਕਿੰਨਾ ਮਤਲਬ ਆਸਾਨ ਹੈ। ਅਗਰ ਆਪਾਂ ਇਹ, ਮੈਨੂੰ ਨਾ ਕਈ ਵਾਰ ਮੈਂ ਸੋਚਦਾ ਹੁੰਦਾ ਲਾਅ ਆਫ ਯੂਨੀਵਰਸ ਅਟਰੈਕਸ਼ਨ 'ਚ, ਜੋ ਆਪਾਂ ਯੂਨੀਵਰਸ ਨੂੰ ਦੇ ਰਹੇ ਹੁੰਦੇ ਆ, ਯੂਨੀਵਰਸ ਸਾਨੂੰ ਰਿਟਰਨ 'ਚ ਵਾਪਸ ਮਿਲ ਰਿਹਾ ਹੁੰਦਾ। ਠੀਕ ਹੈ ਨਾ। ਆਪਾਂ ਨਫ਼ਰਤ ਦੇ ਰਹੇ ਹਾਂ, ਨਫ਼ਰਤ ਮਿਲ ਜੇਗੀ। ਪਿਆਰ ਦੇ ਰਹੇ ਹਾਂ, ਪਿਆਰ ਮਿਲ ਜਾਏਗਾ। ਸਟ੍ਰੈਸ ਦੇ ਰਹੇ ਹਾਂ, ਸਟ੍ਰੈਸ ਮਿਲ ਜਾਏਗੀ। ਜਿੰਨੀ ਪੋਲਾਈਟਨੈਸ ਦੇ ਨਾਲ, ਜਿੰਨੇ ਪਿਆਰ ਦੇ ਨਾਲ ਤੁਸੀਂ ਆਪਣੇ ਜਿਹੜੇ ਸਹਿਕਰਮੀ ਹੈ, ਜਿਨ੍ਹਾਂ ਨਾਲ ਤੁਹਾਡੇ ਕੁਲੀਗਸ ਹੈ, ਉਹਨਾਂ ਨਾਲ ਬਿਹੇਵ ਕਰੋਗੇ, ਨੋ ਡਾਊਟ ਉਹੀ ਤਰੀਕੇ ਨਾਲ ਉਹ ਰਿਸਪੌਂਸ ਤੁਹਾਡਾ ਉਹਨਾਂ ਤੇ ਆਏਗਾ। ਜੇ ਤੁਸੀਂ ਉਹਨਾਂ ਨਾਲ ਹੀ ਹਾਰਸ਼ ਹੋਵੋਗੇ, ਗਲਤ ਤਰੀਕੇ ਨਾਲ ਬੋਲੋਗੇ, ਤੇ ਉਹਦਾ ਨੈਗੇਟਿਵ ਇਫੈਕਟ ਆਏਗਾ। You should be happy when the people around you succeed in life or at work. ਹਾਂ, ਇਹ ਬਹੁਤ ਵੱਡੀ ਸਮੱਸਿਆ ਆ ਜਾਂਦੀ। ਖੁਸ਼ੀ ਉਹਨਾਂ ਨਾਲ ਸ਼ੇਅਰ ਕਰੋ। ਨਹੀਂ, ਮਤਲਬ ਕਈ ਵਾਰ ਕੀ ਹੁੰਦਾ ਕਿ ਕੋਈ ਸਕਸੈਸਫੁਲ ਹੁੰਦਾ ਆ ਤੇ ਆਪਾਂ ਖੁਸ਼ੀ ਨਹੀਂ ਮਹਿਸੂਸ ਕਰ ਪਾਉਂਦੇ। ਅਗਰ ਮੈਂ ਸੋਚਦਾ ਹੁੰਦਾ ਕਿ ਅਗਰ ਕੋਈ ਸਕਸੈਸਫੁਲ ਹੋ ਰਿਹਾ ਹੈ ਤੇ ਇਹ ਤਾਂ ਡਿਫਾਈਨ ਕਰ ਰਿਹਾ ਕਿ ਤੁਸੀਂ ਵੀ ਹੋ ਸਕਦੇ ਜੀ। ਅਗਰ ਮੰਨ ਲਓ ਕੋਈ ਟੀਚਰ ਪ੍ਰਮੋਟ ਹੋ ਰਿਹਾ ਤੇ ਡਿਫਾਈਨ ਹੋ ਗਿਆ ਕਿ ਤੁਸੀਂ ਵੀ ਹੋ ਸਕਦੇ ਜੀ। ਜੇ ਕੋਈ ਵੀ ਨਹੀਂ ਹੋ ਰਿਹਾ ਤਾਂ ਫਿਰ ਤੁਸੀਂ ਵੀ ਕਿਸ ਤਰ੍ਹਾਂ ਹੋਏਗੇ? ਪਰ ਇੱਥੇ ਉਲਟ ਹੋ ਰਿਹਾ। ਜਦੋਂ ਕੋਈ ਪ੍ਰਮੋਟ ਹੁੰਦਾ ਹੈ ਤੇ ਦੂਸਰੇ ਦੇ ਮਨ ਦੇ ਵਿੱਚ ਜਲਨ ਦੀ ਭਾਵਨਾ, ਮੈਂ ਤੁਹਾਨੂੰ ਪਹਿਲੇ ਸ਼ੁਰੂ ਕਿਹਾ ਨਾ ਕਿ ਆਦਮੀ ਦੁਖੀ ਇਸ ਕਰਕੇ ਨਹੀਂ ਹੈ ਕਿ ਉਹਨੂੰ ਕੋਈ ਪ੍ਰੋਬਲਮ ਹੈ, ਉਹ ਇਸ ਕਰਕੇ ਦੁਖੀ ਹੈ ਕਿ ਦੂਸਰਾ ਸੁਖੀ ਕਿਉਂ ਹੈ। ਪੁਆਇੰਟ ਆ ਗਿਆ ਜੀ। ਡੂ ਨਾਟ ਬੀ ਜੈਲਸ, ਕਿਉਂਕਿ ਆਪਾਂ ਲੋਕਾਂ ਤੋਂ ਜੈਲਸ ਹੈ ਕਿ ਸਾਰਾ ਦਿਨ ਉਹਨੂੰ ਕੀ ਮਿਲ ਗਿਆ ਹੈਗਾ। ਤੇ ਖਾਸ ਕਰ ਸੋਸ਼ਲ ਮੀਡੀਆ ਨੇ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ 'ਚ ਪਾਇਆ ਹੋਇਆ ਕਿ ਅਸੀਂ ਕੀ ਹੁੰਦਾ ਕਿ ਵਧੀਆ ਤੋਂ ਵਧੀਆ ਜਿਹੜੀ ਸੈਲਫੀ ਉਹ 'ਚ ਪਾ ਦਿੰਦੇ ਆ ਤੇ ਦੂਸਰੇ ਨੂੰ ਲੱਗਦਾ ਕਿ ਪਤਾ ਨਹੀਂ ਇਹਨੇ ਕੀ ਕਮਾਲ ਕਰਤਾ, ਕਿੱਥੇ ਆ ਚਲਾ ਗਿਆ ਜਿੱਥੇ ਮੈਂ ਨਹੀਂ ਜਾ ਸਕਦਾ। ਮੈਕਸਿਮਮ ਸੋਸ਼ਲ WhatsApp ਗਰੁੱਪ ਜਾਂ ਟੈਲੀਗ੍ਰਾਮ ਗਰੁੱਪ 'ਚ ਦੇਖੋਗੇ, ਲੜਾਈਆਂ ਜਿਹੜੀਆਂ ਨੇ ਉਹ ਇਹੀ ਚੀਜ਼ ਦੀਆਂ ਕਿ ਉਹਨੂੰ ਜ਼ਿਆਦਾ ਕੋ ਮਿਲ ਗਿਆ ਤੇ ਮੈਨੂੰ ਕੋਈ ਜੈਲਸੀ ਦੀਆਂ ਵੀ ਉਹਨੇ ਇਹ ਚੀਜ਼ ਕੋ ਕਰ ਲਈ ਹੈ, ਉਹਨੇ ਕਿਉਂ ਕਰ ਲਈ। ਜੀ ਪਰ ਬਚਣਾ ਚਾਹੀਦਾ। ਸਟ੍ਰੈਸ ਨੂੰ ਮੈਨੇਜ ਕਰਨਾ ਹੈ ਤਾਂ ਇਹ ਆਪਣੇ ਦੇ ਵਿੱਚ ਇਹ ਚੀਜ਼ ਨੂੰ ਖਤਮ ਕਰਨਾ। ਅੱਛਾ, ਕਿੰਨਾ ਵਧੀਆ ਯੂਜ਼ ਕਰ ਰਿਹਾ ਕਿ ਟੋਲਰੈਂਸ ਤਾਂ ਆਪਾਂ ਪਹਿਲਾਂ ਡਿਸਕਸ ਕੀਤਾ। ਐਕਸੈਪਟੈਂਸ ਆਪਾਂ ਮੰਨ ਲਈਏ ਕਿ ਜੋ ਜੀਵਨ 'ਚ ਹੈਗਾ ਆ, ਠੀਕ ਹੈ ਨਾ, ਉਹਨੂੰ ਤੇ ਫੋਰਗਿਵਨੈਸ, ਆ 3-4 ਸ਼ਬਦ ਵੇਖੋ ਸਾਰੇ ਸਟ੍ਰੈਸ ਨੂੰ ਦੂਰ ਕਰਨ ਵਾਸਤੇ ਬਹੁਤ ਹੈਗੇ ਨੇ। ਪਰ ਜੇ ਮੰਨ ਲਈਏ ਕਈ ਲੋਕ ਆਪਾਂ ਐਕਸੈਪਟ ਨਹੀਂ ਕਰ ਪਾਉਂਦੇ, ਜੋ ਵੀ ਹੋ ਰਿਹਾ ਉਹਨੂੰ ਐਕਸੈਪਟ ਨਹੀਂ ਕਰ ਪਾਉਂਦੇ। ਐਕਸੈਪਟੈਂਸ ਜੋ ਤੁਹਾਡੇ ਕੋਲ ਹੈ, ਜੋ ਵਾਹਿਗੁਰੂ ਨੇ ਤੁਹਾਨੂੰ ਦਿੱਤਾ ਹੈ, ਜੋ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੈ, ਉਹਨੂੰ ਐਕਸੈਪਟ ਕਰੋ। ਟੋਲਰੈਂਸ, ਔਰ ਤੀਸਰਾ ਸਾਡੇ ਕੋਲ ਹੈਗਾ ਫੋਰਗਿਵਨੈਸ। ਜੇ 3 ਚੀਜ਼ਾਂ ਹੀ ਅਸੀਂ ਆਪਣੇ ਜੀਵਨ 'ਚ ਕਰ ਲੈਂਦੇ ਹਾਂ ਤਾਂ ਅਸੀਂ ਬਹੁਤ ਦੇਖੋ, ਤੁਹਾਨੂੰ ਮੈਂ ਇੱਕ ਇੱਥੇ ਛੋਟੀ ਜਿਹੀ ਐਗਜ਼ਾਮਪਲ ਨਾਲ ਐਡ ਕਰਦਾ ਕਿ ਵੈਸਟਰਨ ਨੇ 3 ਵਰਡ ਬੜੇ ਅੱਛੇ ਯੂਜ਼ ਕੀਤੇ ਸੀਗੇ। ਥੈਂਕ ਗੋਡ, ਔਰ ਦੂਸਰਾ ਵਰਡ ਹੈ ਜੀ ਥੈਂਕ ਯੂ ਐਂਡ ਸੌਰੀ। ਇਹ ਵੈਸਟਰਨ ਅੱਜ ਯੂਜ਼ ਕਰ ਰਹੇ ਆ, ਜਦ ਕਿ ਸਾਡੇ ਕਲਚਰ, ਪੰਜਾਬੀ ਕਲਚਰ 'ਚ ਇਹ ਬਹੁਤ ਪੁਰਾਣੇ ਨੇ। ਪਹਿਲਾਂ ਵੀ ਹੈਗੇ ਸੀ। ਭਲਾ ਜੀ, ਅੱਛਾ, ਭੁੱਲੀ ਜੀ ਤੇ ਭਾਣਾ ਜੀ, ਇਹ ਗੁਰੂ ਸਾਹਿਬ ਦੇ ਟਾਈਮ ਦੇ ਵਰਡ ਨੇ। ਅੱਛਾ,
ਕਿ ਜਿਹਦੇ ਵਿੱਚ ਬੀਬੀ ਭਾਨੀ ਜੀ ਨੂੰ ਦਾਜ ਦੇ ਵੀ ਦਿੱਤੇ ਸਨ ਉਹਨਾਂ ਨੇ ਕਿ ਵੀ ਅੱਛਾ 3 ਅੱਛਾ ਚੀਜ਼ਾਂ ਅੱਛਾ ਆਪਣੇ ਅੱਛਾ ਲਾਈਫ 'ਚ ਰੱਖਣਾ ਅੱਛਾ, ਕਿ ਠੀਕ ਗਲਤੀ ਆ। ਹੋ ਜਾਏ ਤੇ ਅਸੀਂ ਕਹਿ ਸਕੀਏ ਕਿ ਭੁੱਲੀ ਜੀ ਸੌਰੀ, ਸੌਰੀ ਭੁੱਲ ਗਏ ਆਈ ਫੀਲ ਸੌਰੀ ਦੈਟ, ਹਾਂ ਹਾਂ ਔਰ ਥੈਂਕ ਯੂ। ਤੁਸੀਂ ਥੈਂਕ ਯੂ ਕਰੋ। ਤੁਸੀਂ ਵੈਸਟਰਨ ਪੀਪਲ ਨੂੰ ਦੇਖਿਆ ਹੋਏਗਾ, ਮੈਨੂੰ ਉਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ ਹੈ, ਹਾਂ ਕੋਈ ਛੋਟੀ ਜਿਹੀ ਗੱਲ ਵੀ ਹੋ ਜਾਏ ਟੱਚ ਵੀ ਕਰੋ, ਸੌਰੀ ਸੌਰੀ, ਔਰ ਛੋਟਾ ਜਿਹਾ ਤੁਸੀਂ ਉਹਨਾਂ ਦਾ ਕੰਮ ਵੀ ਕਰ ਦਿਓ, ਮੰਨ ਲਓ ਇੱਕ ਪੇਜ ਹੀ ਉੱਤੇ ਫੜਾ ਦਿਓ, ਥੈਂਕ ਯੂ 4 ਵਾਰੀ ਥੈਂਕ ਯੂ ਕਹਿ ਦਿਓ। ਨਹੀਂ, ਇਹ ਨਾ ਯੂਨੀਵਰਸਲ ਲਾਅ ਆਫ ਅਟਰੈਕਸ਼ਨ ਵੀ ਆ ਯੂਜ਼ ਕਰਦੇ ਨੇ ਇਹਨਾਂ ਉੱਤੇ। ਬਹੁਤ ਸਾਰੇ YouTube ਤੇ ਸਰਚ ਕਰੋਗੇ ਨਾ, ਬਹੁਤ ਸਾਰੇ ਪੋਜ਼ਿਟਿਵਿਟੀ ਫੈਲਾਉਣ ਲਈ ਹੈਗਾ ਆ ਕਿ ਥੈਂਕ ਯੂ ਕਹਿਣਾ, ਲਵ ਯੂ ਕਹਿਣਾ, ਕਿਸੇ ਨੂੰ ਫੋਰਗਿਵ ਕਰਨਾ, ਠੀਕ ਹੈ ਨਾ, ਆਮ ਸੌਰੀ ਕਹਿਣਾ। ਇਹ ਵਰਡ ਪੋਜ਼ਿਟਿਵਿਟੀ ਨੂੰ ਵਧਾਉਣ ਲਈ ਹੈ। ਭਾਵੇਂ ਕੋਈ ਵਰਡ ਯੂਜ਼ ਕਰ ਰਿਹਾ ਹੈਗਾ ਆ, ਅਵੋਇਡ ਨੈਗੇਟਿਵ ਸੈਲਫ ਟਾਕ। ਅਗਰ ਕਿਸੇ ਨਾਲ ਤਾਂ ਕੀ ਕਰਨੀ ਆ, ਅਸੀਂ ਬਹੁਤ ਸਾਰਾ ਟਾਈਮ ਆਪਣੇ ਨਾਲ ਹੀ ਨੈਗੇਟਿਵ ਟਾਕ ਕਰਦੇ ਰਹਿੰਦੇ ਆ ਜੀ। ਇਹ ਕਿੰਨੀ ਮਾੜੀ ਗੱਲ ਹੈਗੀ ਆ। ਇਹੀ ਤੇ ਓਵਰ ਥਿੰਕਿੰਗ, ਅਸੀਂ ਆਪਣੇ ਬਾਰੇ ਨੈਗੇਟਿਵ ਸੋਚਦੇ ਰਹਿੰਦੇ, ਯਾਰ ਜੇ ਕੱਲ ਮੈਂ ਇੰਜ ਨਹੀਂ ਹੋਇਆ ਤੇ ਇੰਜ ਹੋ ਗਿਆ ਤੇ ਕੀ ਹੋ ਜਾਏਗਾ। ਪਰ ਇਹ ਮਾਈਂਡਫੁਲ ਰਹੀਏ ਨਾ ਸੈਲਫ ਟਾਕ ਵਿੱਚ। ਅਗਰ ਉਹਦੇ 'ਚ ਆਪਾਂ ਨੈਗੇਟਿਵ ਗੱਲ ਕਰ ਰਹੇ ਹਾਂ ਤੇ ਮੰਨ ਕੇ ਚੱਲੀਏ ਕਿ ਅਸੀਂ ਉਹ ਯੂਨੀਵਰਸ ਨੂੰ ਮੈਸੇਜ ਦੇ ਰਹੇ ਹਾਂ ਕੁਝ ਨੈਗੇਟਿਵ, ਜਿੱਤੋਂ ਆਪਾਂ ਨੂੰ ਜਿਵੇਂ ਤੁਸੀਂ ਕਿਹਾ ਸੀ ਲਾਅ ਆਫ ਅਟਰੈਕਸ਼ਨ ਦੀ ਗੱਲ ਕੀਤੀ ਹੈ, ਆਟੋਮੈਟਿਕਲੀ ਜੋ ਤੁਸੀਂ ਕਰੋਗੇ ਉਹੀ ਤੁਹਾਡਾ ਰਿਸਪੌਂਡ ਵਾਪਸ ਆਏਗਾ। ਜੇ ਤੁਸੀਂ ਆਪਣੇ ਆਪ ਨਾਲ ਨੈਗੇਟਿਵ ਹੋਵੋਗੇ ਤੇ ਯੂਨੀਵਰਸ ਵੀ ਜਿਹੜਾ ਹੈ ਉਹ ਤੁਹਾਨੂੰ ਨੈਗੇਟਿਵਿਟੀ ਵਾਲੇ ਜਿਹੜੇ ਕ੍ਰੀਏਟ ਕਰੇਗਾ। ਜੀ ਜੀ, ਪਰ ਇਸ ਚੀਜ਼ ਤੋਂ ਬਹੁਤ ਬਚਣ ਦੀ ਉਹ ਬਾਰ-ਬਾਰ ਜ਼ਰੂਰਤ ਮਹਿਸੂਸ ਕਰਾ ਰਿਹਾ ਹੈਗਾ ਆ ਕਿ ਆਪਾਂ ਨੈਗੇਟਿਵ ਜਿਹੜੀ ਸੈਲਫ ਟਾਕ ਹੈਗੀ ਆ, ਇਹ ਸਭ ਤੋਂ ਸ਼ੁਰੂਆਤ ਹੈਗੀ ਆ ਕਿਸੇ ਨੈਗੇਟਿਵਿਟੀ ਸਟ੍ਰੈਸ ਦੀ ਸ਼ੁਰੂਆਤ ਦੀ। ਨੈਗੇਟਿਵ ਸਟ੍ਰੈਸ ਸ਼ੁਰੂ ਹੀ ਉੱਥੋਂ ਹੁੰਦੀ ਹੈ ਜਦੋਂ ਤੁਸੀਂ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ। ਉਹ ਕਿੰਨਾ ਉਸ ਚੀਜ਼ ਨੂੰ ਕਹਿ ਰਿਹਾ ਕਿ ਇਹਨੂੰ ਐਲੀਮੀਨੇਟ ਕਰ ਲਓ। ਅਗਰ ਨੈਗੇਟਿਵ ਟਾਕ ਐਲੀਮੀਨੇਟ ਹੋ ਜਾਂਦੀ ਆ ਤੇ ਕਿਤੇ ਨਾ ਕਿਤੇ ਤੁਸੀਂ ਚੰਗੀ ਸੋਚ ਵਿੱਚ ਆ ਜਾਂਦੇ ਜੇ। ਸਟ੍ਰੈਸ ਤੁਹਾਡਾ ਆਪਣੇ ਆਪ ਮੈਨੇਜ ਹੋਣ ਦਾ ਪੈਂਦਾ ਹੈਗਾ। ਇਸ ਵਿੱਚ ਗੁਰਬਾਣੀ ਨੇ ਵੀ ਤੇ ਇਹੀ ਕਿਹਾ ਕਿ ਹਰ ਇੱਕ ਦਾ ਭਲਾ ਸੋਚੋ, ਸਰਬੱਤ ਦਾ ਭਲਾ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਉਹ ਚੀਜ਼ ਇੱਥੋਂ ਹੀ ਆਉਂਦੀ ਹੈ ਕਿ ਤੁਸੀਂ ਨੈਗੇਟਿਵ ਸੋਚੋ ਛੱਡੋਗੇ। ਜੋ ਤੁਸੀਂ ਬੋਲ ਰਹੇ ਜੇ ਨਾ ਸੈਲਫ ਟਾਕ ਵਿੱਚ, ਉਹੀ ਤਾਂ ਤੁਸੀਂ ਸੁਣ ਰਹੇ ਜੇ। ਉਹੀ ਤਾਂ ਸੁਣ ਰਹੇ ਹਾਂ ਤੇ ਬਿਲਕੁਲ। some way to be negative self talk with the mental health professional। ਇਹ ਕਈ ਚੀਜ਼ਾਂ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਜਿਹੜੀ ਹੈ ਤੁਹਾਡੀ ਨੈਗੇਟਿਵ ਥਿੰਕਿੰਗ ਹੋ ਜਾਂਦੀ ਹੈ ਆਪਣੇ ਬਾਰੇ, ਉਹਨੂੰ ਅਸੀਂ ਦੂਰ ਕਰ ਸਕਦੇ ਹਾਂ। ਕੋਈ ਚੰਗੇ ਟੈਡ ਟਾਕ ਸੁਣ ਕੇ ਕਹਿ ਲਓ, ਕੋਈ ਕਿਸੇ ਨਾਲ ਰਾਏ ਕਰਕੇ, ਕਿਸੇ ਕੋ ਮੋਟੀਵੇਟ ਹੋ ਕੇ, ਚੰਗੀ ਸਿਚੁਏਸ਼ਨ ਕਿਸ ਤਰੀਕੇ ਨਾਲ ਅਸੀਂ ਬਾਹਰ ਆਉਣਾ, ਕੋਈ ਸਾਡੇ ਕੋਲ ਮੁਸ਼ਕਿਲ ਹੈ ਤੇ ਇਸ ਤਰੀਕੇ ਦੇ ਨਾਲ ਅਸੀਂ ਅੱਗੇ ਕਰ ਸਕਦੇ ਹਾਂ। ਮੈਡੀਟੇਸ਼ਨ ਬਾਰੇ ਤੁਸੀਂ ਦੱਸ ਰਹੇ ਸੀ ਕਿ ਇਹਦਾ ਤਾਂ ਬਹੁਤ ਮਹੱਤਵ ਹੈ। ਬਹੁਤ, ਮੈਂ ਕਹਿੰਦਾ ਦੈਟ ਇਜ਼ ਦਾ ਅਲਟੀਮੇਟ ਵੇ ਟੂ ਰਿਡਿਊਸ ਦਾ ਸਟ੍ਰੈਸ ਨੂੰ ਖਤਮ ਕਰਨ ਵਾਸਤੇ ਜੇ ਕੋਈ ਸਭ ਤੋਂ ਵੱਡੀ ਦੁਨੀਆ ਦੀ ਕੋਈ ਦਵਾਈ ਹੈ, ਮੈਂ ਤੇ ਇਹ ਕਹਾਂਗਾ ਕੋਈ ਉਹ ਗੋਲੀ ਨਹੀਂ ਹੈ, ਕੋਈ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਨਹੀਂ ਹੈ, ਉਹ ਮੈਡੀਟੇਸ਼ਨ ਹੈ ਜਾਂ ਯੋਗਾ ਹੈ। ਯੋਗਾ ਵੀ ਇੱਕ ਮੈਡੀਟੇਸ਼ਨ ਦਾ ਵੇ ਹੈ। योग मैंने जुड़ना यानी परमात्मा ਨਾਲ जुड़ना, मेडिटेशन करना, और प्रेयर इज व्हेन यू टॉक टू गॉड। हाँ, मतलब अखंड जो प्रार्थना कर रहे जी तो परमात्मा ਨਾਲ ਗੱਲ ਕਰ ਰਹੇ। ਅੱਛਾ, ਮੈਂ ਕਿੰਨਾ ਸੋਚਦਾ ਹੁੰਦਾ ਕਿ ਬਤੌਰ ਟੀਚਰ ਅਸੀਂ ਕਿੰਨੇ ਖੁਸ਼ ਨਸੀਬ ਆ ਕਿ ਅਸੀਂ ਦਿਨ ਦੀ ਸ਼ੁਰੂਆਤ ਹੀ ਪਰਮਾਤਮਾ ਤੋਂ ਕਰਦੇ ਹਾਂ। ਕੋਈ ਪ੍ਰੋਫੈਸ਼ਨ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਸ ਤਰ੍ਹਾਂ ਉਹ ਆਪਣੇ ਪ੍ਰੋਫੈਸ਼ਨ ਚ ਆਉਂਦੇ ਹੋਣਗੇ, ਦਫ਼ਤਰ ਚ ਆਉਂਦੇ ਹੋਣਗੇ, ਕਿੰਨਾ ਸਟ੍ਰੈਸ ਉਹਨਾਂ ਤੇ ਆ ਜਾਂਦਾ ਹੋਊਗਾ। ਮਗਰ ਐਜ਼ ਅ ਟੀਚਰ ਤੇ ਇਹ ਪ੍ਰੋਬਲਮ ਹੈ ਨਹੀਂ ਸਾਡੇ ਨਾਲ। ਅਸੀਂ ਤੇ ਸ਼ੁਰੂਆਤ ਹੀ ਆਪਣੀ ਪ੍ਰੇਅਰ ਤੋਂ ਜਿਹੜੀ ਹੈ, ਸਵੇਰੇ ਜਿਹੜੀ ਅਸੀਂ ਸਵੇਰ ਦੀ ਸਭਾ ਹੁੰਦੀ ਹੈ ਉਸ ਤੋਂ ਪਰਮਾਤਮਾ ਦਾ ਨਾਮ ਲੈ ਕੇ ਕਰਦੇ ਹਾਂ। ਔਰ ਮੈਂ ਬੱਚਿਆਂ ਨੂੰ ਕਹਿੰਦਾ ਕਿ ਸਾਨੂੰ ਵਾਹਿਗੁਰੂ ਨੂੰ ਜੇ ਸਮਾਂ ਦਿੱਤਾ ਹੈ, ਜ਼ਿੰਦਗੀ ਦਿੱਤੀ ਹੈ, ਤੇ ਕਿਉਂ ਨਾ 10 ਮਿੰਟ ਅਸੀਂ ਉਹਨੂੰ ਯਾਦ ਕਰ ਲਈਏ। ਠੀਕ ਹੈ ਜੀ। ਤੇ ਉਹ ਬਾਰ-ਬਾਰ ਵੇਖੋ ਕਹਿ ਰਿਹਾ ਕਿ ਜਿੰਨੇ ਪੋਜ਼ਿਟਿਵ ਥਾਟ ਆਪਾਂ ਰੱਖਾਂਗੇ ਉਹ ਕਿਤੇ ਨਾ ਕਿਤੇ ਤੇ ਮੈਡੀਟੇਸ਼ਨ ਦੀ ਬਾਰ-ਬਾਰ ਉਸ ਮਹੱਤਵਤਾ ਨੂੰ ਦੱਸ ਰਿਹਾ ਹੈ। ਪਿੱਛੇ ਅਸੀਂ ਨੈਗੇਟਿਵ ਖਤਮ ਕਰਨ ਦੀ ਗੱਲ ਕੀਤੀ, ਹੁਣ ਪੋਜ਼ਿਟਿਵਿਟੀ ਦੀ ਗੱਲ। ਤੇ ਮੈਡੀਟੇਸ਼ਨ ਤੋਂ ਆ ਰਹੀ ਹੈ ਪੋਜ਼ਿਟਿਵਿਟੀ। ਮੈਡੀਟੇਸ਼ਨ ਤੋਂ ਸਾਡੇ ਤੇ ਪੋਜ਼ਿਟਿਵਿਟੀ ਹੈ। ਜਦੋਂ ਅਸੀਂ ਹਰ ਕੰਮ ਜਿਹੜਾ ਉਸ ਪਰਮਾਤਮਾ ਨੂੰ ਸਮਰਪਿਤ ਕਰਕੇ ਚੱਲਦੇ ਹਾਂ, ਅਸੀਂ ਆਪਣੇ ਇਨਰ ਸੋਲ ਨਾਲ ਜੁੜਦੇ ਹਾਂ। ਕਨੈਕਸ਼ਨ ਹੈ ਨਾ। ਹਾਂ, ਔਰ ਜਦੋਂ ਮੈਂ ਯੋਗ ਕਿਹਾ ਨਾ ਤੁਹਾਨੂੰ, ਯੋਗ ਮੈਨੇ ਪਰਮਾਤਮਾ ਨਾਲ ਯੋਗ ਹੋਣਾ, ਜੋ ਵਰਡ ਤੋਂ ਆਇਆ ਨਾ, ਜੁੜ ਜਾਣਾ। ਦੋ ਚੀਜ਼ਾਂ ਜਦੋਂ ਜਿੰਨਾ ਅਸੀਂ ਪਰਮਾਤਮਾ ਤੋਂ ਟੁੱਟਦੇ ਹਾਂ, ਉਨੇ ਅਸੀਂ ਸਫਰਿੰਗ 'ਚ ਜਾਂਦੇ ਹਾਂ। ਇਹ ਚੀਜ਼ ਬੜੀ ਕਲੀਅਰ ਹੈ। ਮੈਡੀਟੇਸ਼ਨ ਇਜ਼ ਦਾ ਮੇਨ ਸੋਰਸ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜ ਸਕਦੇ ਹਾਂ, ਸਟ੍ਰੈਸ ਤੋਂ ਨਿਕਲ ਸਕਦੇ ਹਾਂ, ਰਿਲੈਕਸ ਹੋ ਸਕਦੇ ਹਾਂ, ਆਪਣੀ ਮਾਈਂਡ ਔਰ ਬੋਡੀ ਦੋਨਾਂ ਨੂੰ ਰਿਲੈਕਸ। ਯੋਗਾ ਦਾ ਤੁਸੀਂ ਮਹੱਤਵ ਦੱਸ ਰਹੇ ਸੀ। ਯੋ ਜੋ ਵਰਡ ਆਪ ਤਾਂ ਕਹਿੰਦੇ ਨਾ ਕਿ ਬਣਿਆ ਹੈਗਾ ਕਿ ਜੋੜਨਾ, ਇਹ ਕਿਤੇ ਨਾ ਕਿਤੇ ਨੈਗੇਟਿਵ ਥਾਟਸ ਨੂੰ ਪਰੇ ਕਰੇਗਾ ਤੇ ਪਰਮਾਤਮਾ ਨਾਲ ਜੋ ਤੁਸੀਂ ਸਿੱਧਾ ਜੁੜ ਗਏ ਤੇ ਫਿਰ ਕਿਤੇ ਨਾ ਕਿਤੇ ਕੁਛ ਨਾ ਕੁਛ ਵਾਧਾ ਤੁਹਾਡੀ ਲਾਈਫ 'ਚ ਹੋਣਾ ਹੀ ਹੈ। ਬਿਲਕੁਲ, ਹੁਣ ਤੇ ਯੋਗਾ ਕਲਾਸਿਸ ਕਿੰਨੀਆਂ ਆਸਾਨੀ ਨਾਲ ਅਵੇਲੇਬਲ ਆ, YouTube ਤੇ ਕਿੰਨਾ ਕੁਛ ਅਵੇਲੇਬਲ ਹੈਗਾ ਹੈ। ਭਾਰਤ ਸਰਕਾਰ ਨੇ ਬਹੁਤ ਕੰਮ ਕੀਤਾ ਹੈ, ਯੋਗਾ ਡੇ ਮਨਾਇਆ ਜਾ ਰਿਹਾ ਹੈ, ਔਰ ਯੋਗ ਨੂੰ ਦੂਜਾ ਕਰਨਾ। ਤੇ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਜੋ ਯੋਗਾ ਕਲਾਸਿਸ, ਸਾਡੇ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਪਾਰਕ ਦੇ ਵਿੱਚ ਯੋਗਾ ਕੈਂਪ ਲੱਗ ਰਹੇ ਨੇ। ਅੱਛਾ, ਦੂਸਰੇ ਦੀ ਜੇ ਮਦਦ ਕਰੀਏ ਤੇ ਬਿਲਕੁਲ ਉਹ ਸਾਡੇ ਕੋਲ ਵਾਪਸ ਆਏਗੀ ਨਾ। ਬਿਲਕੁਲ, ਜੀ ਜੀ, ਉਹਨਾਂ ਇੱਕ ਪੋਜ਼ਿਟਿਵਿਟੀ ਜਿਸ ਤਰ੍ਹਾਂ ਤੁਸੀਂ ਪੀਓਗੇ ਤਾਂ ਹੀ ਉਹ ਕੱਟੋਗੇ, ਜਿਸ ਤਰ੍ਹਾਂ ਗੱਲ ਕਹਾਵਤ ਹੈ। ਤੇ ਜੇ ਤੁਸੀਂ ਲੋਕਾਂ ਦੀ ਮਦਦ ਕਰੋਗੇ
ਹੈਲਪ ਕਰੋਗੇ ਤੇ ਉਸੇ ਤਰੀਕੇ ਨਾਲ ਪ੍ਰਮਾਤਮਾ ਵੀ ਕੋਈ ਨਾ ਕੋਈ ਇਹੋ ਜਿਹਾ ਇਲਵਸੀਲਾ ਬਣਾਏਗਾ ਕਿ ਤੁਹਾਡੀ ਵੀ ਮਦਦ ਕਰਨ ਨੂੰ ਲੋਕ ਤਿਆਰ ਹੋਣਗੇ। ਉਹ ਕੋਈ ਨਾ ਐਸਾ ਹੀ ਮਾਹੌਲ, ਜਿਵੇਂ ਤੁਸੀਂ ਥਿਊਰੀ ਆਫ ਅਟਰੈਕਸ਼ਨ ਦੀ ਗੱਲ ਕਰਦੇ ਪਏ ਸੀਗੇ, ਕਿ ਜੀ ਬਿਲਕੁਲ ਉਹੀ ਪੋਜ਼ਿਟਿਵ ਜਿਹੜੇ ਥਿੰਕਿੰਗ ਜਿਹੜੀ ਹੈ ਉਹ ਤੁਹਾਡੇ ਵਾਸਤੇ ਹੈਲਪਫੁਲ ਹੋਏਗੀ। when you give other will certainly return to you in some way, ਕਿਸੇ ਨਾ ਕਿਸੇ ਰੂਪ ਚ ਤੁਹਾਨੂੰ ਵਾਪਸ ਉਹ ਮਿਲਦਾ ਹੈ। ਉਹ ਚੀਜ਼ ਤੁਹਾਡੇ ਨਾਲ ਵਾਪਸੀ ਵੀ ਉਸ ਤਰੀਕੇ ਨਾਲ ਆਉਂਦੀ ਹੈ। ਦੇਖੋ ਦਸਵੰਧ ਕੱਢਣ ਦੀ, ਜ਼ਕਾਤ ਦੀ ਗੱਲ ਇਸਲਾਮ ਵਿੱਚ ਹਰ ਜਗ੍ਹਾ ਮਤਲਬ ਤੁਸੀਂ ਪਾਓਗੇ ਕਿ ਉਹ ਤੁਸੀਂ ਕਰੋ। ਅੱਛਾ, ਜਦੋਂ ਤੁਸੀਂ ਕਿਤੇ ਸੇਵਾ ਕਰਦੇ ਹੋ, ਕਿਸੇ ਦੀ ਮਦਦ ਕਰਦੇ ਹੋ, ਤੁਹਾਡੇ ਇੰਟਰਨਲੀ ਨਾ ਇੱਕ ਅਲੱਗ ਜੀ ਭਾਵਨਾ ਹੁੰਦੀ ਹੈ, ਬੜਾ ਤੁਸੀਂ ਆਪਣੇ ਆਪ ਨੂੰ ਸੈਟੀਸਫਾਈਡ ਜਿਹਾ ਮਹਿਸੂਸ ਕਰਦੇ ਹੋ, ਨੈਗੇਟਿਵਿਟੀ ਨਿਕਲਦੀ ਹੈ। ਔਰ ਜੋ ਪ੍ਰਮਾਤਮਾ ਨੇ ਦਿੱਤਾ ਉਹਦੇ ਵਾਸਤੇ ਸ਼ੁਕਰਾਨਾ ਆਉਂਦਾ ਕਿ ਵਾਹਿਗੁਰੂ ਨੇ ਮੈਨੂੰ ਦਿੱਤਾ। ਦੇਖੋ ਉਹ ਗਰੀਬ ਨਹੀਂ ਸੀ, ਚਲੋ ਮੈਂ ਉਹਦੀ ਮਦਦ ਕੀਤੀ, ਉਹਦੀ ਮਦਦ ਮਿਹਰ ਦੇ ਨਾਲ, ਲੇਕਿਨ ਸ਼ੁਕਰਾਨਾ ਕਰ ਰਹੇ। ਮਤਲਬ ਛੋਟੀ ਛੋਟੀ ਹੈਲਪ ਜਦੋਂ ਆਪਾਂ ਕਿਸੇ ਨਾਲ ਕਰਦੇ ਆ ਤੇ ਕਿਤੇ ਨਾ ਕਿਤੇ ਬੜੀ ਪੋਜ਼ਿਟਿਵਿਟੀ ਸਾਡੇ ਅੰਦਰ ਪੈਦਾ ਹੁੰਦੀ। ਉਹਦੀ ਜੋ ਮਦਦ ਹੋਈ ਉਹ ਤੇ ਵੱਖਰੀ ਗੱਲ ਹੋ ਗਈ, ਮਗਰ ਸਾਡੀ ਪੋਜ਼ਿਟਿਵਿਟੀ ਬਹੁਤ ਬਿਲਕੁਲ ਉਹੀ ਗੱਲ ਤਾਂ ਪੋਜ਼ਿਟਿਵਿਟੀ ਜਿਹੜੀ ਹੈ ਸਾਡੇ ਆਪਣੇ ਅੰਦਰ ਹੀ ਕ੍ਰੀਏਟ। ਅੱਛਾ, ਮੈਂ ਕਈ ਵਾਰ ਗੱਲ ਕਰਦਾ ਹੁੰਦਾ ਕਿ ਜੋ ਸਾਡੀ ਉਮਰ ਵੱਧ ਰਹੀ ਹੈ ਨਾ, ਉਹ ਕੀ ਰਿਹਾ ਹੈਗਾ ਕਿ ਸਾਡੇ ਦੋਸਤਾਂ ਦੀ ਗਿਣਤੀ ਘਟ ਰਹੀ ਹੈ। ਬਿਲਕੁਲ ਇਹ ਗੱਲ ਠੀਕ ਹੈ ਨਾ, ਤੇ ਉਹ ਜਿਹੜੀ ਦੋਸਤਾਂ ਦੀ ਗਿਣਤੀ ਘਟ ਰਹੀ ਹੈਗੀ ਆ, ਉਹਦੇ ਵਿੱਚ ਸਾਨੂੰ ਸੋਚਣਾ ਪਊਗਾ ਕਿ ਹੁਣ ਕੀ ਕਰੀਏ ਕਿ ਉਹ ਜਿਹੜੀ ਫਰੈਂਡਸ਼ਿਪ ਆ ਉਹ ਵਧੇ, ਸਾਡੀ ਪੋਜ਼ਿਟਿਵ ਥਾਟਸ ਲੋਕਾਂ ਦੇ ਨਾਲ ਵਧਣ, ਤੇ ਉਹ ਖਾਸ ਕਰਕੇ ਪੋਜ਼ਿਟਿਵ ਲੋਕਾਂ ਨੂੰ ਆਪਾਂ ਲੱਭੀਏ। ਦੇਖੋ ਮੇਰੀ ਤੇ ਇਹੀ ਰਾਏ ਹੈ ਕਿ ਕੋਸ਼ਿਸ਼ ਦੋਸਤੀ ਕਰੋ ਤੇ ਪੋਜ਼ਿਟਿਵ ਪੀਪਲ ਨਾ ਕਰੋ, ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕਰੋ। ਨੈਗੇਟਿਵ ਪੀਪਲ ਤੁਹਾਨੂੰ ਵੀ ਨੈਗੇਟਿਵ ਕਰ ਦੇਣਗੇ। ਹਾਂ, ਇਸ ਚੀਜ਼ ਤੋਂ ਬਚਣ ਦੀ ਲੋੜ ਹੈ। ਇਸ ਚੀਜ਼ ਤੋਂ ਬਚਣ ਦੀ ਲੋੜ ਹੈ। ਕੰਪਨੀ ਉਸ ਬੰਦਿਆਂ ਦੀ ਕਰੋ, ਫॉर एग्जांपल ਇੱਥੇ ਦੇਖੋ, when you are with positive people you can learn from them the way they treat others and the way they think। ਹੁਣ ਫॉर एग्जांपल ਤੁਸੀਂ ਇਹੋ ਜਿਹੇ ਬੰਦੇ ਦੇ ਗਰੁੱਪ 'ਚ ਬੈਠੇ ਹੋ ਕਿ ਜਿਹਦੇ ਵਿੱਚ ਸਾਰੇ ਉਦਾਸ ਦੇ ਚਿਹਰੇ ਲੈ ਕੇ ਪ੍ਰੋਬਲਮ ਵਾਲੇ ਬੈਠੇ ਹੈ, ਤੇ ਜਦੋਂ ਤੁਸੀਂ ਉੱਠੋਗੇ ਨਾ ਉਹਨਾਂ ਦੇ ਗਰੁੱਪ 'ਚੋਂ, ਤੁਸੀਂ ਆਪਣੇ ਆਪ ਨੂੰ ਥੱਕਿਆ ਮਹਿਸੂਸ ਕਰੋਗੇ, ਆਪਣੇ ਆਪ ਨੂੰ ਬੜਾ ਨੈਗੇਟਿਵ ਫੀਲ ਕਰਦੇ ਉੱਠੋਗੇ। ਤੇ ਐਸੀ ਉਲਟ ਜੇ ਤੁਸੀਂ ਕਿਸੇ ਜਵਾਨਾਂ ਦੇ ਸੰਗਤ 'ਚ ਬੈਠੇ ਹੋਵੋਗੇ ਜਿਹੜੇ ਹੱਸ ਖੇਡ ਕੇ ਗੱਲਾਂ ਕਰ ਰਹੇ ਨੇ, ਟੈਨਸ਼ਨ ਫਰੀ ਨੇ, ਤੇ ਜਦੋਂ ਉੱਠੋਗੇ ਤਾਂ ਤੁਹਾਡੇ 'ਚ ਏਦਾਂ ਲੱਗੇਗਾ ਕਿ ਤੁਹਾਡੀ ਉਮਰ ਘੱਟ ਗਈ। ਤੁਸੀਂ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕਰੋਗੇ, ਪੋਜ਼ਿਟਿਵ ਮਹਿਸੂਸ ਕਰੋਗੇ, ਤੁਸੀਂ ਨੈਗੇਟਿਵਿਟੀ ਤੁਹਾਡੇ ਚੋਂ ਚੀਜ਼ ਖਤਮ ਹੋ ਜਾਏਗੀ। ਤੇ ਬਾਰ-ਬਾਰ ਵੇਖੋ ਗੱਲ ਕਰ ਰਿਹਾ ਹੈਗਾ ਆ ਕਿ ਪੋਜ਼ਿਟਿਵ ਲੋਕਾਂ ਵਿੱਚ ਆਪਾਂ ਰਹਿਣ ਦੀ ਕੋਸ਼ਿਸ਼ ਕਰੀਏ, ਤੇ ਕਿਤੇ ਨਾ ਕਿਤੇ ਉਹ ਪੋਜ਼ਿਟਿਵਿਟੀ ਫਿਰ ਵੱਧਦੀ ਜਾਏਗੀ। ਤੇ ਕਿਤੇ ਨਾ ਕਿਤੇ ਉਹ ਕਹਿ ਰਿਹਾ ਵੇਖੋ ਨਾ ਕਿ ਜਿਹੜੀ ਆਮ ਸਾਊਂਡ ਹੈ ਨਾ ਉਹ ਵੀ ਮਿਊਜ਼ਿਕ ਲੱਗੇਗਾ ਤੁਹਾਨੂੰ। ਬਿਲਕੁਲ ਬਿਲਕੁਲ, ਠੀਕ ਹੈ ਨਾ। ਮੂਵਮੈਂਟ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਡਾਂਸ ਚੱਲ ਰਿਹਾ ਹੈਗਾ, ਹਲਕੀ ਮੂਵਮੈਂਟ ਨਹੀਂ ਹੋ ਰਹੀ ਸਰੀਰ 'ਚ, ਪੂਰਾ ਸਰੀਰ ਡਾਂਸ ਕਰ ਰਿਹਾ। ਸਮਾਈਲ ਤੁਹਾਨੂੰ ਲਾਫਟਰ ਦੇ ਰੂਪ 'ਚ ਬਣ ਕੇ ਆਏਗੀ। ਮਾਈਂਡ ਜਿਹੜਾ ਉਹ ਮੈਡੀਟੇਸ਼ਨ ਵੱਲ ਚਲਾ ਜਾਏਗਾ, ਤੇ ਫਿਰ ਲਾਈਫ ਕੀ ਬਣ ਜਾਏਗੀ? ਸੈਲੀਬ੍ਰੇਸ਼ਨ ਬਣ ਜਾਏਗੀ। ਦੇਖੋ ਕਈ ਵਾਰ ਕਹਿੰਦਾ ਕਿ ਮੈਂ ਗੱਲ ਕਰਦਾ ਹੁੰਨਾ, ਸਮੇਂ ਦੀ ਰਫ਼ਤਾਰ ਵੀ ਘਟਾਈ ਵਧਾਈ ਜਾ ਸਕਦੀ। ਅੱਛਾ, ਕਿਸ ਤਰ੍ਹਾਂ? ਹੁਣ ਦੇਖੋ, ਹੁਣ ਗੱਲ ਤੁਸੀਂ ਵੀ ਪੁੱਛ ਲਿਆ ਵੀ ਕਿਸ ਤਰ੍ਹਾਂ। ਦੇਖੋ ਕਈ ਵਾਰੀ ਇਹੋ ਜਿਹਾ ਸਮਾਂ ਹੁੰਦਾ ਹੈ, ਇਹੋ ਜਿਹਾ ਮਾਹੌਲ ਹੁੰਦਾ ਹੈ ਉਦਾਸੀ ਦਾ, ਕਿ ਸਮਾਂ ਹੀ ਨਹੀਂ ਕੱਟਣ ਡਿਆ, ਟਾਈਮ ਹੀ ਨਹੀਂ ਪਾਸ ਹੋਣ ਡਿਆ, ਬਹੁਤ ਸਲੋ ਹੋ ਗਿਆ। ਕਦੋਂ 3 ਵੱਜਣਗੇ, ਕਦੋਂ ਇਹ ਹੋਏਗਾ। ਤੇ ਕਈ ਵਾਰੀ ਇਹ ਹੁੰਦਾ ਇਹੋ ਜਿਹੇ ਖੁਸ਼ੀ ਦੇ ਮਾਹੌਲ 'ਚ ਗੱਲਾਂ ਕਰ ਰਹੇ ਹੁੰਦੇ ਕਿ ਟਾਈਮ ਲੈ, ਸਮੇਂ ਦਾ ਤਾਂ ਪਤਾ ਨਹੀਂ ਲੱਗਾ, ਟਾਈਮ ਵੀ ਹੋ ਗਿਆ। ਇਟ ਮੀਨਸ ਕਿ ਅਸੀਂ ਸਮਾਂ ਉਹੀ ਹੈ, ਲੇਕਿਨ ਸਾਡੀ ਸੋਚ ਜਿਹੜੀ ਹੈ ਉਹਦੀ ਰਫ਼ਤਾਰ ਨੂੰ ਘਟਾਉਂਦੀ ਵਧਾਉਂਦੀ ਹੈ, ਸਾਈਕੋਲੋਜੀਕਲੀ ਅਸੀਂ ਉੱਤੇ ਅਸਰ ਕਰਦੀ ਹੈ। ਇਹ ਸਾਡੀ ਬਹੁਤ ਪੁਰਾਣੀ ਪਿਕਚਰ ਹੈ ਜੀ, ਕਿ ਵੀ ਆਰ ਵਟ ਵੀ ਥਿੰਕ। ਅਸੀਂ ਉਹ ਹਾਂ ਜੋ ਅਸੀਂ ਸੋਚਦੇ ਹਾਂ। ਹੁਣ ਬਿੱਲੀ ਬੈਠੇ ਸ਼ੀਸ਼ੇ ਸਾਹਮਣੇ ਕਹਿ ਰਹੀ ਹੈ ਮੈਂ ਸ਼ੇਰ ਹਾਂ। ਜੇ ਤੁਸੀਂ ਪੋਜ਼ਿਟਿਵ ਹੋ ਤਾਂ ਤੁਸੀਂ ਪੋਜ਼ਿਟਿਵ ਹੋ ਜਾਓਗੇ, ਤੇ ਜੇ ਤੁਸੀਂ ਨੈਗੇਟਿਵ ਸੋਚ ਰੱਖਦੇ ਹੋ ਤੇ ਫਿਰ ਤੁਸੀਂ ਨੈਗੇਟਿਵ ਵੱਲ ਹੀ ਜਾਓਗੇ। ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਉਹੀ ਤੁਹਾਡੇ ਦਿਲ 'ਚ ਹੁੰਦਾ ਹੈ, ਉਸ ਤਰੀਕੇ ਦਾ ਤੁਸੀਂ ਆਪਣਾ ਬਿਹੇਵੀਅਰ ਕਰ ਜਾਂਦੇ ਹੋ, ਉਸੇ ਤਰੀਕੇ ਤੁਹਾਡੀ ਸਾਈਕੋਲੋਜੀ ਬਣ ਜਾਂਦੀ ਹੈ। ਇਹਦੇ 'ਚ ਨਾ ਕੋਈ ਲਾਈਨ ਅਸੀਂ ਐਮਏ ਇੰਗਲਿਸ਼ ਵਿੱਚ ਪੜ੍ਹੀ ਸੀ ਕਿ ਜੌਨ ਮਿਲਟਨ ਨੇ ਬੜਾ ਐਪਿਕ ਲਿਖਿਆ ਆ, ਪੈਰਾਡਾਈਜ਼ ਲੋਸਟ। ਉਹਦੇ ਵਿੱਚ ਨਾ ਸੈਟਨ ਤੋਂ ਲਾਈਨਾਂ ਆਉਂਦੀਆਂ ਹੈਗੀਆਂ ਨੇ ਕਿ ਜਿਹੜਾ ਸਾਡਾ ਮਾਈਂਡ ਆ ਨਾ, ਉਹ ਇਹੋ ਜਿਹੀ ਪਲੇਸ ਆ, ਉਹ ਕੀ ਕਰ ਸਕਦਾ, ਹੈਵਨ ਨੂੰ ਹੈਲ ਬਣਾ ਸਕਦਾ। ਇਹ ਕਿੰਨੀ ਵੱਡੀ ਗੱਲ ਹੈਗੀ। ਦੈਟਸ ਆਲ ਮਾਈਂਡ ਗੇਮ ਕਹਿੰਦੇ ਆ, ਇਹ ਬੜੀ ਕਾਮਨ ਪ੍ਰੋਬਲਮ ਹੈ, ਇਟਸ ਆਲ ਮਾਈਂਡ ਗੇਮ। ਤੇ ਜਦੋਂ ਸਟ੍ਰੈਸ ਅਗਰ ਆ ਰਿਹਾ ਸਾਡੇ ਮਾਈਂਡ ਤੋਂ ਹੀ ਆ ਰਿਹਾ, ਤੇ ਜੇ ਪੋਜ਼ਿਟਿਵਿਟੀ ਆ ਸਕਦੀ ਤਾਂ ਉਹ ਵੀ ਸਾਡੇ ਮਾਈਂਡ ਤੋਂ ਆ ਸਕਦੀ। ਇਹ ਸਾਡਾ ਮਾਈਂਡ ਹੀ ਹੈ ਨਾ ਜਿਹੜਾ ਰੂਲ ਕਰ ਰਿਹਾ। ਮੈਂ ਕਈ ਵਾਰ ਇਹਨੂੰ ਬੜੇ ਸਾਫ਼ ਸ਼ਬਦਾਂ 'ਚ ਕਹਿਣਾ ਚਾਹੁੰਦਾ ਹੁੰਦਾ ਆ ਕਿ ਮਾਈਂਡ ਨੂੰ ਆਪਣਾ ਗੁਲਾਮ ਬਣਾਓ, ਨਾ ਕਿ ਮਾਈਂਡ ਦੇ ਆਪ ਗੁਲਾਮ ਬਣ ਜਾਓ। ਅਗਰ ਮਾਈਂਡ ਚਾਹੇਗਾ ਤਾਂ ਇਹ ਗੱਲ ਸਵਰਗ ਨੂੰ ਨਰਕ ਤੇ ਨਰਕ ਨੂੰ ਸਵਰਗ ਬਣਾ ਸਕਦਾ। ਤੁਸੀਂ ਬਚਣਾ ਹੈ, ਇਸ ਚੀਜ਼ ਤੋਂ ਸਮਝਣਾ ਆ, ਮਾਲਕ ਬਣੋ। ਮਾਈਂਡ ਨੂੰ
ਆਪਣਾ ਮਾਸਟਰ ਨਾ ਬਣਨ ਦਿਓ, ਜੀ ਉਹਨੂੰ ਸਰਵੈਂਟ ਬਣਾ ਕੇ ਰੱਖੋ। ਜੀ, ਤਾਂ ਗੁਰੂ ਸਾਹਿਬਾਂ ਨੇ ਵੀ ਕਿਹਾ ਹੈ ਕਿ ਮਨ ਦੇਖੋ, ਕੇ ਜੀਤੇ ਜੀਤ ਹੈ, ਮਨ ਕੇ ਹਾਰੇ ਹਾਰ। ਵੇਖੋ ਦੁਨੀਆ ਤੇ ਤਾਂ ਮੁਸ਼ਕਲਾਂ ਬਹੁਤ ਨੇ, ਹਾਂ ਦੇਖੋ ਠੀਕ ਹੈ ਨਾ, ਕੋਈ ਮੁਸ਼ਕਲਾਂ ਦੀ ਕੋਈ ਕਮੀ ਨਹੀਂ ਆ, they have the solution for that। ਪਰ ਤੁਸੀਂ ਇਹ ਸੋਚੋ ਕਿ ਅਸੀਂ ਜਿਸ ਸਥਿਤੀ 'ਚ ਹੈਗੇ ਆ ਕਿੰਨਾ ਉਹ ਖੁਸ਼ ਨਸੀਬ ਹੈ। ਕਿਉਂ ਆਪਾਂ ਮਤਲਬ ਆਪਣੀ ਨੈਗੇਟਿਵਿਟੀ ਨੂੰ ਹੀ ਸਾਹਮਣੇ ਰੱਖ ਲੈਂਦੇ ਆ ਤੇ ਜੋ ਪੋਜ਼ਿਟਿਵ ਹੈਗਾ ਉਹਨਾਂ ਨੂੰ ਭੁੱਲ ਜਾਂਦੇ ਆ। ਆਪਾਂ ਇਹ ਮੰਨ ਕੇ ਚੱਲੀਏ ਦੁਨੀਆ ਤੇ ਸਾਡੇ ਤੋਂ ਵੀ ਪਰੇਸ਼ਾਨ ਬਹੁਤ ਦੁਨੀਆ, ਹਰ ਇੱਕ ਫਿਗਰ, ਹਰ ਇੱਕ ਪਿਕਚਰ ਜਿਹੜੀ ਹੈ ਉਹ ਇੱਕ ਕਿਸਮ ਦਾ ਦਰਦ ਬਿਆਨ ਕਰ ਰਹੀ ਹੈ, ਲੇਕਿਨ ਸਟਿਲ ਉਹ ਜੀ ਰਹੇ ਨੇ, ਉਹਨੂੰ ਪੋਜ਼ਿਟਿਵ ਲੈ ਕੇ ਚੱਲ ਰਹੇ ਨੇ। ਇਹ ਸਿਰਫ ਉਹੀ ਗੱਲ ਆ ਗਈ ਸਾਡੇ ਮਾਈਂਡ ਦੀ ਹੈ, ਅਸੀਂ ਕਿਸੇ ਜਿਹੜੀ ਸਿਚੁਏਸ਼ਨ ਹੈ ਉਹਨੂੰ ਕਿਸ ਤਰੀਕੇ ਲੈ ਕੇ ਆਪਣੇ ਵਾਸਤੇ ਸਟ੍ਰੈਸ ਕ੍ਰੀਏਟ ਕਰ ਸਕਦੇ ਹਾਂ ਜਾਂ ਆਪਣੇ ਆਪ ਨੂੰ ਰਿਲੈਕਸ ਕਰ ਸਕਦੇ ਹਾਂ। ਪਰ ਇਸ ਚੀਜ਼ ਨੂੰ ਸਾਨੂੰ ਬਚਣ ਦੇ, ਇਫ ਯੂ ਥਿੰਕ ਯੂ ਕੈਨ ਯੂ ਆਰ ਰਾਈਟ, ਇਫ ਯੂ ਥਿੰਕ ਯੂ ਕਾਂਟ ਯੂ ਆਰ ਰਾਈਟ ਅਗੇਨ। ਵੇਖੋ ਤੁਸੀਂ ਚਾਹੋਗੇ ਤੇ ਹੋ ਜਾਏਗਾ, ਜੇ ਤੁਸੀਂ ਆਂਦੇ ਕਿ ਨਹੀਂ ਕਰ ਸਕਦੇ ਤਾਂ ਨਹੀਂ ਵੀ ਹੋਏਗਾ, ਠੀਕ ਹੈ, ਨਹੀਂ ਹੋਣਾ ਸਹੀ ਜੇ ਤੁਸੀਂ ਬਿਲਕੁਲ ਦੋਵੇਂ ਜਨ ਸਹੀ, ਪਰ ਤੁਸੀਂ ਵੇਖਣਾ ਕਿ ਐਟੀਟਿਊਡ ਮੈਂ ਕੀ ਕਰਦਾ। ਇਟ ਇਜ਼ ਅ ਮੈਟਰ ਆਫ ਐਟੀਟਿਊਡ। ਤੁਹਾਡਾ ਐਟੀਟਿਊਡ ਕੀ ਹੈ? ਤੁਸੀਂ ਪੋਜ਼ਿਟਿਵ ਐਟੀਟਿਊਡ ਨਾਲ ਲੈ ਕੇ ਚੱਲ ਰਹੇ ਹੋ ਤਾਂ ਹੋ ਵੀ ਜਾਣਾ ਆ, ਤੇ ਜੇ ਮੈਂ ਨਾ ਕਿ ਨਹੀਂ ਹੋਣਾ ਤਾਂ ਫਿਰ ਨਹੀਂ ਹੋਣਾ ਜੀ, ਜੋ ਤੁਸੀਂ ਚਾਹੁੰਦੇ ਜੀ ਉਹੀ ਹੋਣਾ ਆ। ਬਿਲਕੁਲ ਠੀਕ। ਤੇ ਇਹ ਬਾਰ-ਬਾਰ ਗੱਲ ਕਰ ਰਿਹਾ ਕਿ ਬੈਨੀਫਿਟ ਹੈਗੇ ਨੇ ਪੋਜ਼ਿਟਿਵ ਐਟੀਟਿਊਡ। ਪੋਜ਼ਿਟਿਵ ਸਾਰੀ ਗੇਮ ਹੀ ਪੋਜ਼ਿਟਿਵ ਹੈ, ਸਾਈਕੋਲੋਜੀਕਲ ਗੇਮ ਹੈ ਤੁਹਾਡੀ। ਆਪਣੇ ਤੁਸੀਂ ਸਟ੍ਰੈਸ ਨੂੰ ਮੈਨੇਜ ਕਿੱਦਾਂ ਕਰਨਾ ਹੈ, ਸਟ੍ਰੈਸ ਨੂੰ ਕਿੱਦਾਂ ਕੰਟਰੋਲ ਕਰਨਾ ਹੈ, ਇਟ ਇਜ਼ ਓਨਲੀ ਅਪ ਟੂ ਯੂ। ਔਰ ਉਹ ਪੋਜ਼ਿਟਿਵ ਐਟੀਟਿਊਡ ਜਿਹੜਾ ਹੈ ਉਹ ਤੁਹਾਨੂੰ ਇੱਥੇ ਹੈਪੀ ਰਹੋ, ਐਨਰਜੈਟਿਕ ਰਹੋ, ਹੈਲਪ ਅਚੀਵਿੰਗ ਗੋਲਸ ਐਂਡ ਅਟੇਨਿੰਗ ਸਕਸੈਸ, ਇਹ ਸਭ ਚੀਜ਼ਾਂ ਤੁਹਾਨੂੰ ਜਿਹੜਾ ਪੋਜ਼ਿਟਿਵ ਐਟੀਟਿਊਡ ਕਰਨ ਵਾਸਤੇ ਲੈ ਕੇ ਪਰ ਇਹਨੂੰ ਦੇਖੋ ਸਟ੍ਰੈਸ ਮੈਨੇਜਮੈਂਟ ਦਾ ਬਾਰ-ਬਾਰ ਲੈ ਕੇ ਕੀ ਆ ਰਿਹਾ, ਪੋਜ਼ਿਟਿਵਿਟੀ। ਅਗਰ ਪੋਜ਼ਿਟਿਵ ਬਿਹੇਵੀਅਰ ਆ ਗਿਆ, ਪੋਜ਼ਿਟਿਵ ਲੋਕ ਤੁਹਾਡੇ ਆਲੇ ਦੁਆਲੇ ਹੋ ਗਏ ਤੇ ਫਿਰ ਉਹ ਖੁਸ਼ੀਆਂ ਦਾ ਅੰਬਾਰ ਲੱਗ ਜਾਏਗਾ, ਤੇ ਐਟੀਟਿਊਡ ਤੁਹਾਡਾ ਪੋਜ਼ਿਟਿਵ ਹੋ ਗਿਆ ਤੇ ਪੋਜ਼ਿਟਿਵ ਹੋਣ ਡੇ ਪਏਗਾ। ਬਸ ਇੰਨੀ ਕੁ ਗੱਲ ਹੈ ਜੀ। ਬਿਲਕੁਲ ਪੋਜ਼ਿਟਿਵ ਇਨ ਦਾ ਵਰਕ ਪਲੇਸ ਇਹ ਇੰਪੋਰਟੈਂਟ ਹੈ। ਦੇਖੋ ਜੀ ਸਾਡੇ ਕੋਲ ਜਿਵੇਂ ਸਕੂਲ ਦੀ ਗੱਲ ਹੀ ਕਰਦੇ ਆ, ਜੇ ਸਾਡੇ ਵਰਕ ਪਲੇਸ ਸਾਡਾ ਸਕੂਲ ਹੈ, ਸਾਡੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰ ਰਹੇ ਸੀਗੇ, ਜੇ ਸਾਡੀ ਪੋਜ਼ਿਟਿਵਿਟੀ ਹੈ, ਪੋਜ਼ਿਟਿਵ ਵਰਕ ਪਲੇਸ 'ਚ ਆਲੇ ਦੁਆਲੇ ਸਾਡੇ ਕੋਲ ਸਾਰਾ ਪੋਜ਼ਿਟਿਵ ਮਾਹੌਲ ਹੈ, ਤਾਂ ਨੈਚੁਰਲੀ ਗੱਲ ਹੈ ਸਾਡਾ ਜਿਹੜਾ ਟੀਚਿੰਗ ਦੇ ਵਿੱਚ ਵੀ ਬਹੁਤ ਅੱਛਾ ਦਿਲ ਲੱਗੇਗਾ, ਬੱਚਿਆਂ ਨੂੰ ਵੀ ਅੱਛਾ ਮਾਹੌਲ ਮਿਲੇਗਾ, ਬੱਚੇ ਅੱਛੇ ਤਰੀਕੇ ਨਾਲ ਉਸ ਮਾਹੌਲ 'ਚ ਪੜ੍ਹ ਸਕਾਂਗੇ, ਅਸੀਂ ਉਹਨਾਂ ਨੂੰ ਕੁਝ ਦੇ ਪਾਵਾਂਗੇ। ਤੇ ਜੇ ਪੋਜ਼ਿਟਿਵ ਨਹੀਂ ਹੋਏਗੀ ਤਾਂ ਅਸੀਂ ਉਹ ਚੀਜ਼ ਗੱਲ ਨਹੀਂ ਬਣ ਸਕੀ। ਪੋਜ਼ਿਟਿਵਿਟੀ ਇਨ ਦਾ ਵਰਕ ਪਲੇਸ, ਬੀ ਲਾਈਕੇਬਲ, ਬੀ ਰਿਸਪੈਕਟੇਬਲ, ਡੋਂਟ ਐਗਰੇਵੇਟ ਦ ਸਿਚੁਏਸ਼ਨ, ਡੋਂਟ ਫੋਰਸ ਪੀਪਲ ਟੂ ਬੀ ਡਿਫੈਂਸਿਵ, ਡੋਂਟ ਆਲਵੇਜ਼ ਟਰਾਈ ਟੂ ਬੀ ਫਾਈਂਡ ਫਾਲਟ, be patient, smile, be willing to lose that battle to win a war। ਆਕੇ ਡਿਊ ਦੀ ਲਾਈਨ ਜੇ be willing to lose a battle, ਬੈਟਲ ਛੱਡ ਦੋ, ਵਾਰ ਜਿੱਤਾਂਗੇ ਆਪਾਂ। to win a war, ਬੈਟਲ ਛੱਡ ਕੇ ਵਾਰ ਜਿੱਤਣ ਦੀ ਗੱਲ ਕਰੋ। ਕਈ ਵਾਰੀ ਕਈ ਚੀਜ਼ਾਂ ਤੇ ਸਾਨੂੰ ਜ਼ਰੂਰੀ ਨਹੀਂ ਕਿ ਬਹਿਸ ਦੇ ਵਿੱਚ ਅਸੀਂ ਜਿੱਤਣ ਲਈ ਹੋਣਾ ਚਾਹੀਦਾ, ਕਈ ਵਾਰ ਹਾਰ ਕੇ ਵੀ ਅਸੀਂ ਜਿਹੜੀ ਹੈ ਉਹ ਜਿੱਤ ਸਕਦੇ ਹਾਂ। ਪਰ ਕਿੰਨੀਆਂ ਛੋਟੀਆਂ ਗੱਲਾਂ ਹੈ, ਪਰ ਅਗਰ ਆਪਾਂ ਗੱਲ ਫਿਰ ਪੋਜ਼ਿਟਿਵ ਐਟੀਟਿਊਡ ਹੈ। ਪਰ ਉਹ ਬਾਰ-ਬਾਰ ਵੇਖੋ ਕਹਿ ਰਿਹਾ ਹੈ ਕਿ ਪੋਜ਼ਿਟਿਵ ਐਟੀਟਿਊਡ ਬਣਾਓ, এনवायरमेंट ਬਣਾਓ। ਤੇ ਮੈਂ ਬਾਰ-ਬਾਰ ਆਪਣੇ ਕੀ ਨਾ ਆ ਪ੍ਰਿੰਸੀਪਲ ਸਾਹਿਬਾਨ ਨੂੰ ਇਹ ਗੱਲ ਕਰਨਾ ਹੁੰਨਾ ਕਿ ਤੁਹਾਡੀ ਇੱਕ ਮੁੱਖ ਡਿਊਟੀ ਹੈਗੀ ਜੀ, ਅਗਰ ਤੁਸੀਂ ਇੱਕ ਕੰਮ ਕੋਈ ਕਰਨਾ ਆ ਤਾਂ ਸਮਝ ਲਓ ਇਹੋ ਹੀ ਕੰਮ ਕਰਨਾ ਕਿ ਤੁਸੀਂ ਇੱਕ ਪੋਜ਼ਿਟਿਵ ਐਟੀਟਿਊਡ ਆਪਣੇ ਐਟਮੋਸਫੇਅਰ ਸਕੂਲ 'ਚ ਕ੍ਰੀਏਟ ਕਰ ਦਿਓ ਕਿ ਹਰ ਟੀਚਰ ਆਪਸ 'ਚ ਇੱਕ ਦੂਜੇ 'ਚ ਪੋਜ਼ਿਟਿਵਿਟੀ 'ਚ ਡੀਲ ਕਰੇ ਔਰ ਬੜੇ ਅੱਛੇ ਮਾਹੌਲ ਦੇ ਨਾਲ ਇੱਕ ਟੀਚਿੰਗ ਲਰਨਿੰਗ ਪ੍ਰੋਸੈਸ ਜਿਹੜਾ ਉਹ ਚੱਲ ਸਕੇ। ਜੀ ਬੀ ਕੇਅਰਫੁਲ ਆਫ ਟੂ ਮਚ ਪੋਜ਼ਿਟਿਵਿਟੀ। ਅੱਛਾ, ਇਹਦੇ 'ਚ ਨਾ ਮੈਂ ਉਹ ਐਡ ਕਰਦਾ ਹੁੰਦਾ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਅਟੈਂਸ਼ਨ ਸਪੈਨ ਬਹੁਤ ਘਟਿਆ ਹੋਇਆ, ਬੱਚੇ ਨਾ ਬਹੁਤ ਛੋਟੇ ਰੀਲਸ ਵਿੱਚੋਂ ਆਨੰਦ ਲੈ ਰਹੇ ਨੇ, ਪੋਜ਼ਿਟਿਵਿਟੀ ਲੈ ਰਹੇ ਨੇ, ਫਿਰ ਉਹ ਵੱਡੇ ਮਾਪਦੰਡ ਨੂੰ ਕਿਤੇ ਨਾ ਕਿਤੇ ਪਿੱਛੇ ਕਰ ਦਿੰਦੇ ਹੈਗੇ ਨੇ। ਸ਼ਾਇਦ ਉਸ ਗੱਲ ਵੱਲ ਇਸ਼ਾਰਾ ਹੈਗਾ ਆ ਕਿ ਹਰਦਮ ਇਸ ਤਰ੍ਹਾਂ ਦੀ ਚੀਜ਼ ਨਹੀਂ ਕਰਨੀ ਚਾਹੀਦੀ, ਥੋੜਾ ਜਿਹਾ ਵਿਆਪਕ ਚੀਜ਼ ਨੂੰ ਵੇਖੋ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਫਿਰ ਉਹ ਜਦੋਂ ਆਪਾਂ ਬਹੁਤ ਇਸ ਤਰ੍ਹਾਂ ਹੀ ਆਦਤ ਬਣਾ ਲੈਂਦੇ ਆ ਨਾ, ਫਿਰ ਆਪਾਂ ਬਹੁਤ ਸਾਰੀ ਸੀਰੀਅਸਨੈਸ ਸਾਡੇ ਕੋਲ ਉਹ ਚੀਜ਼ ਨਹੀਂ ਰਹਿ ਜਾਂਦੀ। ਔਰ ਇੱਥੇ ਕੁਝ ਚਾਈਨੀਜ਼ ਜਿਹੜਾ ਫਿਲਾਸਫਰ ਤਰੂ ਸੀਗਾ, ਉਹਦੇ ਕੁਝ ਪ੍ਰੋਵਰਬ ਤੇ ਉਹਨਾਂ ਦੀ ਗੱਲਾਂ ਨੇ ਕਿ ਆਲਵੇਜ਼ ਵੀ ਹੋਪ ਸਮਥਿੰਗ ਐਲਸ ਐਜ਼ ਦਾ ਆਨਸਰ, ਔਰ ਦੂਸਰੇ ਕੋ ਦਾ ਆਨਸਰ ਹੁੰਦਾ। ਸਮ ਅਦਰ ਪਲੇਸ ਵਿਲ ਬੀ ਬੈਟਰ, ਕਈ ਵਾਰ ਸਮ ਅਦਰ ਟਾਈਮ ਇਟ ਵਿਲ ਬੀ ਆਲ ਟਰਨ ਆਊਟ, ਬਦਲਦਾ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਨੇ। ਅੱਛਾ, ਕਹਿ ਰਿਹਾ ਨੋ ਵਨ ਐਲਸ ਹੈਜ਼ ਦਾ ਆਨਸਰ, ਸਾਡੇ ਕੋਲ ਆ, ਕਿਸੇ ਕੋ ਨਹੀਂ। ਅੰਬਲ ਤੋਂ ਇਲਾਵਾ ਤੁਹਾਨੂੰ ਉਹੀ ਗੱਲ ਕਰ ਰਹੇ ਸਾਈਕੋਲੋਜੀਕਲ ਗੇਮ, ਤੁਸੀਂ ਆਪਣੀ ਟੈਨਸ਼ਨ ਨੂੰ ਵਧਾਉਣਾ ਹੈ, ਸਟ੍ਰੈਸ ਨੂੰ ਵਧਾਉਣਾ ਹੈ, ਆਪਣੇ ਆਪ ਨੂੰ ਕਿਸ ਰੂਪ 'ਚ ਰੱਖਣਾ ਹੈ, ਕਿਸ ਤਰੀਕੇ ਦੀ ਸੋਚ ਰੱਖਣੀ ਹੈ, ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਤੁਸੀਂ ਦੇਖਣਾ ਹੈ ਕਿ ਮੈਂ ਆਪਣੇ ਮਾਹੌਲ ਨੂੰ, ਆਪਣੀ ਲਾਈਫ ਨੂੰ ਕਿਸ ਤਰੀਕੇ ਸਹੀ ਰੱਖਣਾ ਹੈ, ਸਟ੍ਰੈਸ ਫਰੀ ਰੱਖਣਾ ਹੈ, ਟੈਨਸ਼ਨ ਫਰੀ ਰੱਖਣਾ ਹੈ। ਇਟ ਇਜ਼ ਆਲਸੋ ਡਿਪੈਂਡ ਔਨ ਯੂਅਰ ਥਿੰਕਿੰਗ, ਪੋਜ਼ਿਟਿਵਿਟੀ
ਇਹ ਅਸਲ ਚੀਜ਼ ਹੈ। ਨੈਗੇਟਿਵ এনवायरमेंट ਤੋਂ ਬਾਰ-ਬਾਰ ਉਹ ਕਹਿ ਰਿਹਾ ਹੈਗਾ ਬਚਣਾ ਹੈਗਾ ਆ, ਤੇ ਉਹ ਵੇਖੋ ਕਿੰਨਾ ਕਹਿ ਰਿਹਾ ਹੈਗਾ ਆ ਕਿ ਟੂ ਮਚ ਵਰਕ ਨਾਟ ਇਨਫ, ਡੈਡਲਾਈਨਸ ਆਰ ਅਨਰੀਅਲਿਸਟਿਕ, ਲੌਂਗਰ ਆਵਰ, ਐਡੀਸ਼ਨਲ ਵਰਕ, ਬਜਟ ਕੰਸਟ੍ਰੇਨ, ਆ ਸਾਰੀਆਂ ਚੀਜ਼ਾਂ ਕੀ ਹੈ, ਜੌਬ ਇਨਸਿਕਿਉਰਿਟੀ, ਇਹ ਸਾਨੂੰ ਬਹੁਤ ਕੁਝ ਇਸ ਤਰ੍ਹਾਂ ਦਾ ਦੇ ਦਿੰਦੀਆਂ ਨੇ ਜਿਹਦੇ ਵਿੱਚ ਅਸੀਂ ਫਸ ਕੇ ਪਰੇਸ਼ਾਨ ਹੋ ਜਾਂਦੇ। ਤੁਹਾਨੂੰ ਲੱਗਦਾ ਕਿ ਵੀ ਇਹਦਾ ਕੋਈ ਰਸਤਾ ਨਹੀਂ ਹੈਗਾ, ਮਗਰ ਸਾਨੂੰ ਸਮਝਣਾ ਪਊਗਾ ਕਿ ਇਹ ਕੁਝ ਟੈਂਪਰੇਰੀ ਚੀਜ਼ਾਂ ਹੁੰਦੀਆਂ ਨੇ, ਟਾਈਮ ਦੇ ਨਾਲ ਇਹ ਬਦਲ ਜਾਂਦੀਆਂ ਹੈਗੀਆਂ ਨੇ, ਇਹ ਤੇ ਅੜੇ ਰਹਿਣ ਦੀ ਲੋੜ ਨਹੀਂ। ਨਹੀਂ ਬਿਲਕੁਲ, ਦੇਖੋ ਜੀ ਗਰਮੀਆਂ ਨੇ, ਗਰਮੀਆਂ 'ਚ ਲਾਈਟ ਜਾਣ ਦਾ ਨਾਰਮਲ ਪਾਵਰ ਕੱਟ ਦੀ ਪ੍ਰੋਬਲਮ ਰਹਿੰਦੀ ਹੈ। ਜੀ ਜੀ ਹੁਣ ਪਾਵਰ ਕੱਟ ਨਹੀਂ ਹੋ ਜਾਏਗੀ ਤੇ ਨੋ ਡਾਊਟ ਫੈਨ ਨਹੀਂ ਚੱਲਣਗੇ, ਜੀ ਜੀ ਕਲਾਸ 'ਚ ਗਰਮੀ ਦੇ ਵਿੱਚ ਉਹ ਮਾਹੌਲ ਨਹੀਂ ਬਣ ਪਾਏਗਾ। ਪਰ ਇਹਨੂੰ ਬਹੁਤਾ ਹੀ ਨੈਗੇਟਿਵ ਲੈ ਲੈਣਾ ਨਾ ਨਾ ਨਹੀਂ, ਇਹਨੂੰ ਠੀਕ ਹੈ, ਇਹੋ ਜਿਹਾ ਮਾਹੌਲ ਨਹੀਂ ਮਿਲ ਰਿਹਾ ਸਾਨੂੰ ਉਸ ਟਾਈਮ ਤੇ ਖਟਮਟ ਨਹੀਂ, ਕਿ ਫਿਰ ਵੀ ਅਸੀਂ ਉਹਨੂੰ ਕੋਈ ਪੋਜ਼ਿਟਿਵ ਵੇ ਦੇ ਨਾਲ ਸੋਚ ਕੇ ਇੱਕ ਮਾਹੌਲ ਤਾਂ ਕ੍ਰੀਏਟ ਕਰ ਪਰ ਸਕਦੇ ਇਹ ਹਾਂ। ਕਈ ਵਾਰ ਨਾ ਆਪਾਂ ਦੂਸਰੇ ਦੇ ਬਿਹੇਵੀਅਰ ਤੋਂ ਬਹੁਤ ਪ੍ਰਭਾਵਿਤ ਹੋ ਜਾਂਦੇ ਹਾਂ ਬਿਲਕੁਲ ਠੀਕ ਹੈ ਨਾ। ਅਗਰ ਆਪਾਂ ਉਹਨੂੰ ਵੇਖਨੇ ਕਿ ਉਹ ਕੰਪਲੇਨ ਕਰ ਰਿਹਾ ਹੈਗਾ ਆ, ਉਹ ਕੋਈ ਮੁਸ਼ਕਲ ਸਾਡੇ ਲਈ ਕ੍ਰੀਏਟ ਕਰ ਰਿਹਾ ਹੈਗਾ ਆ, ਤੇ ਅਸੀਂ ਇੰਨੇ ਪਰੇਸ਼ਾਨ ਹੋ ਜਾਂਦੇ ਹੈਗੇ ਆ ਕਿ ਆਪਾਂ ਨੂੰ ਲੱਗਦਾ ਕਿ ਸ਼ਾਇਦ ਰਸਤਾ ਨਹੀਂ ਹੈ। ਨਹੀਂ ਬਿਲਕੁਲ ਠੀਕ। ਤੇ ਕਿਤੇ ਨਾ ਕਿਤੇ ਆਪਾਂ ਕੀ ਕਰੀਏ, ਚੇਂਜ ਕਰੀਏ। The only person who always like change is the ਵੈਟ ਬੇਬੀ। ਦੇਖੋ ਚੈਲੰਜਸ ਅਵਰ ਜਿਹੜਾ ਹੈ ਸਾਡੇ ਕੋਲ ਆਉਣੇ ਹੀ ਆਉਣੇ ਨੇ ਹਮੇਸ਼ਾ ਜ਼ਿੰਦਗੀ ਦੇ ਵਿੱਚ, ਇਟ ਇਜ਼ ਪਾਰਟ ਆਫ ਆਵਰ ਲਾਈਫ। ਠੀਕ ਹੈ ਠੀਕ ਠੀਕ ਹੈ ਚੈਲੰਜਸ ਨੂੰ ਅਸੈਪਟ ਕਰਨਾ। ਜੀ 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 ਮੈਨੂੰ ਇੱਕ ਯਾਦ ਆ ਗਈ ਬਹੁਤ ਇੰਪੋਰਟੈਂਟ ਗੱਲ ਦੀ। ਮੇਰੇ ਇੱਕ ਅਧਿਆਪਕ ਸਨ, ਮੈਂ ਉਹਨਾਂ ਕੋਲ ਪੜ੍ਹਦਾ ਸੀ, ਤੇ ਉਹਨਾਂ ਨੇ ਗੱਲ ਬੜੀ ਇੰਪੋਰਟੈਂਟ ਕਹੀ, ਕਹਿੰਦੇ ਡਿਫਿਕਲਟੀਜ਼ ਕਮ, ਹਾਂ ਹਾਂ ਆਣੀ ਹੈ, ਪਾਰਟ ਆਫ ਲਾਈਫ, ਮੀਟ them, ਠੀਕ ਹੈ, greet them ਹਾਂ ਹਾਂ and beat them, ਠੀਕ ਹੈ, ਸਵਾਗਤ ਕਰੋ ਉਹਨਾਂ ਦਾ, ਠੀਕ। ਮਿਲੋ ਉਹਨਾਂ ਨੂੰ ਔਰ ਉਹਨਾਂ ਨੂੰ ਮਾਰ ਕੇ ਭਜਾ ਦਿਓ। ਹਾਂ ਹਾਂ ਮੁਸ਼ਕਲਾਂ ਆਉਣੀਆਂ ਨੇ, ਉਹਨੂੰ ਸਟ੍ਰੈਸ ਨਾ ਬਣਨ ਦਿਓ। ਕਈ ਨਾ ਪਾਸਟ ਐਕਸਪੀਰੀਅੰਸ ਨੂੰ ਬਹੁਤ ਜ਼ਿਆਦਾ ਮਹੱਤਵ ਦੇ ਦਿੰਦੇ ਆ, ਪਿਛਲਾ ਹੀ ਸੋਚਦੇ ਰਹਿੰਦੇ ਹੈਗੇ ਨੇ ਕਿ ਪਹਿਲਾਂ ਮੇਰੇ ਨਾਲ ਹੋਇਆ ਸੀ, ਉਸ ਹਿਸਾਬ ਨਾਲ ਹੀ ਉਹ ਸਾਰੀ ਫਿਊਚਰ ਨੂੰ ਤੇ ਪ੍ਰੈਜ਼ੈਂਟ ਨੂੰ ਡਿਸਾਈਡ ਕਰਦੇ ਨੇ। ਉਹ ਵੀ ਇੱਕ ਕਿਤੇ ਨਾ ਕਿਤੇ ਮੁਸ਼ਕਲ ਦਾ ਕਾਰਨ ਬਣਦਾ। ਦੇਖੋ ਪਾਸਟ ਅਸੀਂ ਚੇਂਜ ਨਹੀਂ ਕਰ ਸਕਦੇ, ਫਿਊਚਰ ਸਾਡੇ ਹੱਥ 'ਚ ਨਹੀਂ, ਸਾਡੇ ਹੱਥ 'ਚ ਸਿਰਫ ਪ੍ਰੈਜ਼ੈਂਟ, ਟੂ ਲਿਵ ਇਨ ਪ੍ਰੈਜ਼ੈਂਟ। ਠੀਕ ਹੈ, ਪ੍ਰੈਜ਼ੈਂਟ 'ਚ ਰਹਿਣਾ ਹੀ ਸਭ ਤੋਂ ਇੰਪੋਰਟੈਂਟ ਹੈ। ਜਦੋਂ ਅਸੀਂ ਪਾਸਟ ਤੋਂ ਸੋਚਣਾ ਕਰ ਦਿੰਦੇ ਹਾਂ ਸ਼ੁਰੂ, ਅਸੀਂ ਸਟ੍ਰੈਸ 'ਚ ਹੋ ਜਾਂਦੇ ਹਾਂ। ਕਈ ਵਾਰ ਤੁਸੀਂ ਨੋਟ ਕੀਤਾ ਹੋਣਾ, ਬੰਦੇ ਜਦੋਂ ਪੁਰਾਣੀਆਂ ਗੱਲਾਂ ਸ਼ੁਰੂ ਕਰਨੇ, ਅੱਧੇ ਨੂੰ ਗੁੱਸਾ ਚੜ੍ਹਨਾ ਸ਼ੁਰੂ ਹੋ ਜਾਂਦਾ, ਉਹਨੇ ਮੇਰੇ ਨਾਲ ਏਦਾਂ ਕੀਤਾ ਸੀ, ਉਹਨੇ ਮੇਰੇ ਨਾਲ ਮਾੜਾ ਕੀਤਾ, ਉਹਨੇ ਮੇਰਾ ਕੰਮ ਨਹੀਂ ਕੀਤਾ, ਅਸੀਂ ਨੈਗੇਟਿਵਿਟੀ ਸੋਚਣਾ ਸ਼ੁਰੂ ਕਰ, ਅੱਜ ਅਸੀਂ ਉਹਦਾ ਨਹੀਂ ਕੰਮ ਕਰਾਂਗੇ। ਯਾਨੀ ਉਹ ਕ੍ਰੀਏਟ ਕਰਤੀ, ਆਪਣੇ ਆਪ ਤੇ ਕੁਝ ਹੋਰ ਨਹੀਂ ਕੀਤਾ, ਆਪਣੇ ਵਾਸਤੇ ਸਟ੍ਰੈਸ ਪੈਦਾ ਕੀਤੀ, ਇਹ ਚੀਜ਼ ਹੈ। ਔਰ ਪੋਜ਼ਿਟਿਵ ਬਿਹੇਵੀਅਰ ਜਿਹੜਾ ਹੈ ਉਹ ਤੁਹਾਨੂੰ ਬੈਡ ਹੈਬਿਟ ਤੋਂ ਜਿਹੜੀ ਹੈ ਨੈਗੇਟਿਵਿਟੀ ਨੂੰ ਖਤਮ ਕਰੇਗਾ। ਠੀਕ ਹੈ, ਔਰ ਰਿਪਲੇਸ ਦਾ ਬੈਡ ਹੈਬਿਟ, ਜਿਹੋ ਬੈਡ ਹੈਬਿਟ ਨੇ ਉਹਨਾਂ ਨੂੰ ਆਪਣੇ ਆਪ ਤੋਂ ਰਿਮੂਵ ਕਰਨਾ ਹੀ ਸਾਡਾ ਪੋਜ਼ਿਟਿਵ ਬਿਹੇਵੀਅਰ, ਸਾਡਾ এনवायरमेंट ਨੂੰ ਪੋਜ਼ਿਟਿਵ ਕਰਨਾ 'ਚ ਹੈਲਪਫੁਲ ਹੁੰਦਾ ਹੈ। ਫੋਰ ਐਗਜ਼ਾਮਪਲ ਇੱਥੇ ਸਪਰੈਡ ਸਮਾਈਲ ਅਰਾਊਂਡ, ਖੁਸ਼ੀ ਵਾਲਾ ਚਿਹਰਾ, ਹੱਸਦਾ ਚਿਹਰਾ ਸਾਰਿਆਂ ਨੂੰ ਅੱਛਾ ਲੱਗਦਾ ਹੈ। ਤੇ ਜੇ ਚਿਹਰਾ ਹੀ ਸੜਿਆ ਬਲਿਆ ਜਿਹਾ ਬਣਾ ਕੇ ਬੈਠੇ ਰਹੋਗੇ ਤਾਂ ਕੀ ਹੋਏਗਾ? ਅੱਛਾ ਐਮਪੈਥੀ ਵਰਡ ਨਾ ਬਹੁਤ ਵਾਰ ਹੁੰਦਾ, ਜਿੰਨੇ ਵੀ ਅਸੀਂ ਸੈਮੀਨਾਰ ਲਗਾਉਂਦੇ ਰਹੇ ਹੈਗੇ ਆ, ਇਹ ਵਰਡ ਬਹੁਤ ਹੁੰਦਾ ਕਿ ਕਿਸੇ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਰੱਖ ਕੇ ਵੇਖਣਾ ਨਾ, ਇਹ ਬਹੁਤ ਵੱਡੀ ਗੱਲ ਹੁੰਦੀ ਆ। ਸਿੰਪੈਥੀ ਔਰ ਐਮਪੈਥੀ ਇੱਕੋ ਜੇ, ਪਰ ਮੈਂ ਸਿੰਪੈਥੀ ਤੋਂ ਅੱਗੇ ਮੰਨਦਾ ਐਮਪੈਥੀ ਨੂੰ। ਐਮਪੈਥੀ ਨੂੰ ਡਾਊਟ ਅੱਗੇ, ਬਿਲਕੁਲ ਠੀਕ ਹੈ। ਜੇ ਉੱਥੋਂ ਤੱਕ ਆਪਾਂ ਪਹੁੰਚ ਸਕੀਏ ਨਾ ਤਾਂ 100 ਮੁਸੀਬਤਾਂ ਦਾ ਹੱਲ ਹੋ ਜਾਂਦਾ ਹੈ। ਇੱਕ ਥੱਲੇ ਵਰਡ ਹੋ ਰਿਹਾ ਜੀ, evaluate your behavior। ਤੁਸੀਂ ਆਪਣੇ ਬਿਹੇਵੀਅਰ ਨੂੰ ਇਵੈਲੂਏਟ ਕਰੋ ਕਿ ਤੁਹਾਡਾ ਬਿਹੇਵੀਅਰ ਕਿਹਦਾ ਹੈ। ਤੁਸੀਂ ਦੂਸਰੇ, ਫਿਰ ਉਹੀ ਗੱਲ ਆ ਗਈ, ਤੁਸੀਂ ਦੂਸਰੇ ਕੋ ਤਾਂ ਚਾਹੁੰਦੇ ਚੰਗਾ ਬਿਹੇਵੀਅਰ, ਪਰ ਤੁਸੀਂ ਉਹਨਾਂ ਨਾਲ ਕਰ ਰਹੇ ਹੋ, ਇਹ ਤੁਸੀਂ ਦੇਖ ਹੀ ਨਹੀਂ ਪਾ ਰਹੇ। ਜੀ ਜੀ, ਉਹਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਕਿਤੇ ਨਾ ਪਰ ਦੇਖੋ ਪੋਜ਼ਿਟਿਵ ਕੰਟਰੀਬਿਊਸ਼ਨ ਦੀ ਗੱਲਾਂ ਹੋ ਰਹੀਆਂ ਨੇ, ਅਗਰ ਉਹ ਆਪਾਂ ਕਰਨ ਡੈ ਪਈਏ ਤੇ ਬਹੁਤ ਸਾਰੀ ਮੁਸੀਬਤਾਂ ਦਾ ਹੱਲ ਹੋ ਜਾਂਦਾ ਹੈਗਾ। ਪੋਜ਼ਿਟਿਵਿਟੀ ਜ਼ਰੂਰੀ ਹੈ ਜੀ। ਤੁਸੀਂ ਸਟ੍ਰੈਸ ਨੂੰ ਰਿਡਿਊਸ ਕਰਨਾ ਹੈ, ਸਟ੍ਰੈਸ ਮੈਨੇਜ ਕਰਨੀ ਹੈ। ਜਿੰਨੇ ਆਲੇ ਦੁਆਲੇ ਤੁਸੀਂ ਪੋਜ਼ਿਟਿਵਿਟੀ ਫੈਲਾਓਗੇ, ਤੁਸੀਂ ਪੋਜ਼ਿਟਿਵ ਹੋਵੋਗੇ, ਨੈਗੇਟਿਵਿਟੀ ਖਤਮ ਹੋਏਗੀ। ਕਿੰਨੀ ਵਧੀਆ ਗੱਲ ਕਰ ਰਿਹਾ ਕਿ ਪਹਿਲੇ ਤਾਂ ਫੋਰਗਿਵ ਕਰਨਾ ਸਿੱਖੋ, ਦੂਸਰਾ ਓਪਨ ਮਾਈਂਡ ਰੱਖੋ, ਫਿਰ ਕੀ ਨਾ ਹੈ ਕ੍ਰਿਟਿਸਿਜ਼ਮ ਨੂੰ ਐਜ਼ ਅ ਅਪਰਚੂਨਿਟੀ ਲਓ ਕਿ ਭਾਈ ਮੈਨੂੰ ਇੰਪਰੂਵਮੈਂਟ ਦਾ ਮੌਕਾ ਮਿਲ ਗਿਆ। ਜੇ ਕਿਸੇ ਨੇ ਮੈਨੂੰ ਕ੍ਰਿਟਿਸਾਈਜ਼ ਕੀਤਾ, ਮੈਨੂੰ ਪਤਾ ਲੱਗ ਗਿਆ ਮੇਰੀ ਗਲਤੀ ਕੀ, ਅੱਗੇ ਤੋਂ ਆਪਾਂ ਸੁਧਾਰ ਲੈਣਾ ਹੈ। ਤੇ ਕਲਟੀਵੇਟ ਜ ਸੈਂਸ ਆਫ ਹਿਊਮਰ, ਕਈ ਵਾਰ ਹਾਸੇ ਵਿੱਚ ਗੱਲ ਟਾਲਣ ਦੀ ਕਲਾ ਵੀ ਆਉਣੀ ਚਾਹੀਦੀ ਆ। ਕਿਸੇ ਸਖਤ ਗੱਲ ਨੂੰ ਹਾਸੇ 'ਚ ਕਹਿਣਾ ਵੀ ਆਉਣਾ ਚਾਹੀਦਾ ਹੈ। ਚੰਗੀ, ਮੈਂ ਸੋਚਦਾ ਉਹਨਾਂ ਪ੍ਰਿੰਸੀਪਲ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਹਾਸੇ ਵਿੱਚ ਕੋਈ ਗੱਲ ਦੱਸ, ਕਿਸੇ ਗੱਲ ਨੂੰ ਹਾਸੇ 'ਚ ਟਾਲ ਜਾਣਾ, ਔਖੀ ਤੋਂ ਔਖੀ ਸਿਚੁਏਸ਼ਨ ਨੂੰ ਵੀ ਕਈ ਵਾਰੀ ਹਾਸੇ 'ਚ ਗੱਲ ਟਾਲ ਜਾਣਾ, ਤੇ ਕਈ ਵਾਰ ਦੱਸ ਵੀ ਦੇਣਾ ਬਿਲਕੁਲ ਜੀ, ਤਾਂ ਕਿ ਉਹਨੂੰ ਹਰਟ ਨਾ ਕਰੇ ਤੇ ਉਹਨੂੰ ਗੱਲ ਪਤਾ ਵੀ ਲੱਗ ਗਈ ਹੈ। ਮੈਂ ਹੁਣੇ ਕੱਲ ਪਰਸੋਂ ਇੱਕ ਨਿਊਜ਼ ਸੁਣ ਰਿਹਾ ਸੀਗਾ ਕਿ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਕਿਸੇ ਜਿਹੜਾ ਕੋਈ ਆਰਟਿਸਟ ਸੀਗਾ ਉਹਨੂੰ ਪੁੱਛਿਆ ਵੀ, ਕਹਿੰਦੇ ਠੀਕ ਹੈ ਤੇਰੇ ਖਿਲਾਫ ਕੇਸ ਗਲਤ ਹੈ, ਤੂੰ ਇੰਜ ਕਰ ਕੋਈ ਐਕਟ ਕਰਕੇ ਦਿਖਾ ਤੇ ਸਾਨੂੰ ਪਤਾ ਲੱਗੇ ਵੀ ਇਹ ਕੇਸ ਗਲਤ ਹੈ। ਅੱਛਾ, ਜਿਹੜਾ ਉਹ ਥੋੜੇ ਦਿਨ ਦੀ ਗੱਲ ਹੈ, ਕੱਲ ਪਰਸੋਂ ਦੀ, ਜਿਹੜੀ ਸੁਪਰੀਮ ਕੋਰਟ ਦੇ ਵਿੱਚ ਬਕਾਇਦਾ ਹੋਈ ਹੈ। ਅੱਛਾ ਜੀ, ਠੀਕ ਹੈ। ਤੇ ਵੇਖੋ ਕਿੰਨੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜੇ ਪਤਾ ਹੋਵੇ ਤੇ
ਪਰ ਇਹ ਕਿਤੇ ਆਪਾਂ ਸੁਧਾਰ ਲਈਏ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਸਾਰੇ ਹੱਲ ਹੋ ਜਾਂਦੇ ਹੈਗੇ ਨੇ। ਜੋ ਤੁਹਾਡੇ ਆ ਨਾ ਵਾਚ ਯੋਰ ਡੈਫੀਨੇਸ਼ਨ ਉਹ ਤੁਹਾਡੇ ਵਿਚਾਰ ਬਿਲਕੁਲ ਜੀ ਬਿਲਕੁਲ। ਥਾਟਸ ਸੀ ਉਹ ਤੁਹਾਡੇ ਵਰਡ ਬਣ ਜਾਂਦੇ ਨੇ। ਵਾਚ ਯੂਰ ਵਰਡ ਦੇ ਬਿਕਮ ਐਕਸ਼ਨਸ। ਦੇਖੋ ਕਿੱਥੋਂ ਸ਼ੁਰੂ ਹੋਏ। ਤੁਸੀਂ ਆਪਣੀ ਡੈਫੀਨੇਸ਼ਨ ਆਪਣੀ ਸੋਚ ਆਪਣੇ ਫੰਡਾਂ ਨੂੰ ਕਲੀਅਰ ਕਰੋਗੇ ਤੇ ਤੁਹਾਡੀ ਡੈਸਟੀਨੀ ਜਿਹੜੀ ਹੈ ਉਹ ਬਦਲ ਜਾਏਗੀ, ਤੁਹਾਡੀ ਉਹ ਕਿਸਮਤ ਬਣ ਜਾਏਗੀ। ਤੁਹਾਡੀ ਸੋਚ ਤੁਹਾਡੀ ਕਿਸਮਤ ਹੈ। ਗੱਲ ਤੇ ਇਹ ਹੈ ਜਿਹੋ ਜੀ ਤੁਹਾਡੀ ਸੋਚ ਹੈ ਉਹ ਤੁਹਾਡੀ ਕਿਸਮਤ ਹੈ। ਹੁਣ ਆਈਸਬਰਗ ਕਿੰਨਾ ਪਾਣੀ ਚ ਥੱਲੇ ਹੈ ਔਰ ਕਿੰਨਾ ਉੱਚਾ ਹੈ ਇੱਥੇ ਡਿਪੈਂਡ ਕਰਦਾ ਤੁਹਾਡੀ ਸੋਚ ਦੇ ਉੱਤੇ। ਜੀ ਜੀ ਜੀ। ਤੇ ਕਈ ਵਾਰ ਹੁੰਦਾ ਨਾ 10% ਹੀ ਉਹਦਾ ਨਜ਼ਰ ਆ ਰਿਹਾ ਹੁੰਦਾ, 90% ਤਾਂ ਸੀ ਲੈਵਲ ਤੋਂ ਥੱਲੇ ਹੁੰਦਾ ਹੈਗਾ ਆ। ਇਸ ਚੀਜ਼ ਨੂੰ ਸਾਨੂੰ ਅਗਰ ਸਮਝਾਂਗੇ ਤੇ ਸਾਨੂੰ ਪਤਾ ਲੱਗ ਜਾਏਗਾ ਕਿ ਕੀ ਹੈਗਾ ਆ। ਤੇ ਕਿੰਨੀ ਵੇਖੋ ਡੈਫੀਨੇਸ਼ਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ। ਅੱਛਾ, ਵਿਅਕਤੀ ਦਾ ਚਰਿੱਤਰ ਵੀ ਇਸ ਤਰ੍ਹਾਂ ਦਾ ਹੀ ਹੁੰਦਾ। ਕਈ ਵਾਰ ਆਪਾਂ ਕਿਸੇ ਨੂੰ ਜੱਜ ਕਰ ਰਹੇ ਹੁੰਦੇ ਆ ਇਹ ਬਿਨਾਂ ਸੋਚੇ ਕਿ ਅਸੀਂ ਉਹਦੇ ਜੀਵਨ ਦਾ ਬਹੁਤ ਘੱਟ ਛੋਟਾ ਹਿੱਸਾ ਜਾਣਦੇ ਹੈਗੇ ਆ ਤੇ ਆਪਾਂ ਉਹਦੀ ਜਜਮੈਂਟ ਦੇ ਰਹੇ ਹੈਗੇ ਆ। ਅਗਰ ਆਪਾਂ ਇਹਨੂੰ ਸਮਝ ਲਈਏ ਤੇ ਦੁਨੀਆ ਤੋਂ ਸਭ ਤੋਂ ਕੰਪਲਿਕੇਟਿਡ ਕੋਈ ਕੰਪਿਊਟਰ ਨਹੀਂ ਹੈ ਜੀ ਜੀ ਜੀ, ਕੋਈ ਲੈਂਗੁਏਜ ਨਹੀਂ ਹੈ, ਉਹ ਆਦਮੀ ਹੈ। ਕਿਸੇ ਆਦਮੀ ਨੂੰ ਸਮਝਣਾ ਸਭ ਤੋਂ ਵੱਡੀ ਕੰਪਲਿਕੇਟਿਡ ਜਿਹੜੀ ਚੀਜ਼ ਹੈ ਜਿਹਨੂੰ ਅੱਜ ਤੱਕ ਕੋਈ ਵੀ ਬੰਦਾ ਨਹੀਂ ਸਮਝ ਸਕਿਆ। ਅਸੀਂ ਕਹਿ ਦਿੰਦੇ ਨੇ ਮੈਨੂੰ ਤੇਰੇ ਬਾਰੇ ਸਭ ਪਤਾ ਹੈ, ਉਹਦਾ ਤੁਸੀਂ 1% ਤੇ ਬਹੁਤ ਵੱਡੀ ਗੱਲ ਹੈ। ਉਹਦੀ ਪਰਸਨੈਲਿਟੀ ਦਾ ਸ਼ਾਇਦ 0.01% ਵੀ ਤੁਸੀਂ ਨਹੀਂ ਜਾਣਦੇ ਪਤਾ ਹੈ ਇਹ ਚੀਜ਼ ਹੈ। ਪਰ ਇਸ ਚੀਜ਼ ਨੂੰ ਛੱਡ ਕੇ ਸਾਡਾ ਮੇਨ ਜਿਹੜੀ ਗੱਲ ਹੈ ਸਟ੍ਰੈਸ ਮੈਨੇਜਮੈਂਟ। ਤੁਸੀਂ ਆਪਣੀ ਸੈਟ ਨੂੰ ਖਤਮ ਕਰਨਾ ਹੈ। ਤੈਨੂੰ ਚੋਰ ਨਾਲ ਕੀ, ਤੈਨੂੰ ਸਾਧ ਨਾਲ ਕੀ, ਤੂੰ ਆਪਣੀ ਨਿਬੇੜ ਤੈਨੂੰ ਹੋਰ ਨਾਲ। ਯਾਨੀ ਕੁੱਲ ਮਿਲਾ ਕੇ ਲੱਭੋ ਲਬਾਬ ਇਸ ਗੱਲ ਦਾ ਇਹੀ ਹੈ ਕਿ ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖੋਗੇ, ਜਿੰਨੀ ਪੋਜ਼ਿਟਿਵ ਐਟਮੋਸਫੇਅਰ ਆਪਣੇ ਆਪ ਰੱਖੋਗੇ, ਪੋਜ਼ਿਟਿਵਿਟੀ ਫੈਲਾਓਗੇ, ਪੋਜ਼ਿਟਿਵ ਥਿੰਕਿੰਗ ਕਰੋਗੇ, ਓਨੀ ਹੀ ਤੁਹਾਡੀ ਜਿਹੜੀ ਸਟ੍ਰੈਸ ਘਟੇਗੀ। ਤੁਹਾਡੀ ਸਟ੍ਰੈਸ ਮੈਨੇਜ ਕਰਨ ਦੇ ਤਰੀਕੇ ਵੀ ਅਸੀਂ ਦੱਸੇ, ਉਹ ਤੁਸੀਂ ਸਟ੍ਰੈਸ ਨੂੰ ਮੈਨੇਜ ਕਰ ਸਕਦੇ ਹੋ। ਚਾਹੇ ਉਹ ਮੈਡੀਟੇਸ਼ਨ ਹੈ, ਯੋਗਾ ਹੈ, ਹੌਬੀ ਹੈ, ਤੁਹਾਡੀ ਟਰੈਵਲਿੰਗ ਹੈ, ਮਿਊਜ਼ਿਕ ਹੈ, ਇਸ ਤਰੀਕੇ ਦੇ ਕੁਛ ਵੀ। ਔਰ ਇੱਕ ਜ਼ਰੂਰੀ ਮੈਸੇਜ, ਆਪਣੇ ਵਾਸਤੇ ਸਮੇਂ ਜ਼ਰੂਰ ਕੱਢਿਆ ਕਰੋ। ਆਪਣੇ ਵਾਸਤੇ ਮਤਲਬ ਕਿ ਇਕੱਲੇ ਬੈਠ ਕੇ ਚਾਹੇ ਤੁਸੀਂ ਮਿਊਜ਼ਿਕ ਸੁਣ ਲਓ 10 ਮਿੰਟ, ਹਾਂ, ਵਿਦਆਊਟ ਮੋਬਾਈਲ। ਇਹ ਬਹੁਤ ਕਲੀਅਰ ਗੱਲ ਜੇ ਕਿ ਮੋਬਾਈਲ ਤੋਂ ਬਗੈਰ, ਕਿਸੇ ਵੀ ਟੀਵੀ ਤੋਂ ਬਗੈਰ ਇਕੱਲੇ ਬੈਠ ਕੇ ਚਾਹੇ ਤੁਸੀਂ ਸ਼ਬਦ ਸੁਣ ਲਓ, ਕੀਰਤਨ ਸੁਣ ਲਓ, ਆਪਣੇ ਮਿਊਜ਼ਿਕ ਸੁਣ ਲਓ, ਇੱਕ ਕੱਪ ਕੌਫੀ ਹੀ ਪੀ ਲਓ, ਇਹ ਵੀ ਤੁਹਾਡੀ ਸਟ੍ਰੈਸ ਨੂੰ ਰਿਡਿਊਸ ਕਰੇਗਾ। ਜੀ ਰਾਜਿੰਦਰ ਜੀ, ਬਹੁਤ ਧੰਨਵਾਦ। ਸਟ੍ਰੈਸ ਮੈਨੇਜਮੈਂਟ ਜਿਹੜਾ ਟੌਪਿਕ ਅੱਜ ਤੁਸੀਂ ਲਿਆ ਆ, ਮੈਨੂੰ ਲੱਗਦਾ ਟੀਚਰ ਸਾਹਿਬਾਨ ਵਾਸਤੇ ਬੜਾ ਹੀ ਜ਼ਰੂਰੀ ਟੌਪਿਕ ਸਾਬਿਤ ਹੋਏਗਾ। ਤੇ ਜਿਹੜੇ ਟੀਚਰ ਸਟ੍ਰੈਸ ਤੋਂ ਬਾਅਦ ਬਰਨਆਊਟ ਵੱਲ ਜਾ ਰਹੇ ਹੈਗੇ ਨੇ ਉਹ ਪਹਿਲਾਂ ਹੀ ਇਸ ਸਟੈਪ ਤੇ ਰੁਕ ਜਾਣਗੇ, ਕਿਉਂਕਿ ਜੇ ਸਟ੍ਰੈਸ ਮੈਨੇਜਮੈਂਟ ਹੋ ਗਿਆ ਤਾਂ ਬਰਨਆਊਟ ਤੱਕ ਆਪਾਂ ਜਾਣਾ ਹੀ ਹੈਗਾ ਤੇ ਅਸੀਂ ਉਸ 14% ਜਾਂ 46% 'ਚ ਆਉਣਾ ਹੀ ਨਹੀਂ ਹੈਗਾ। ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ NEP ਤੇ ਵੀ ਤੁਸੀਂ ਬਹੁਤ ਕੰਮ ਕਰ ਰਹੇ ਹੈਗੇ ਜੇ, ਤੇ ਸਟ੍ਰੈਸ ਮੈਨੇਜਮੈਂਟ ਦਾ ਵੀ ਜਿਹੜਾ ਤੁਸੀਂ ਲੈਕਚਰ ਦਿੱਤਾ ਹੈ, ਅਸੀਂ ਇਹਦੇ ਲਈ ਤੁਹਾਡੇ ਧੰਨਵਾਦੀ ਹਾਂ। ਥੈਂਕ ਯੂ।